ਵੀ ਮੈਨੂੰ ਘੱਟੋ ਘੱਟ ਮੈਂ ਆਪਣੀ ਬਿਮਾਰੀ ਜਾਂ ਜੋ ਮੈਨੂੰ ਤਕਲੀਫ ਹੈ ਮੈਂ ਖੁੱਲ੍ਹ ਕੇ ਦੱਸ ਸਕਾਂ। ਤਾਂ ਇੱਥੇ ਫਿਰ ਕਿੱਦਾਂ ਜਦੋਂ ਜੈਂਟਸ ਆਉਂਦੇ ਨੇ ਅਤੇ ਪਸ਼ੂਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਜੋ ਸਾਡੇ ਸਮਾਜਿਕ ਤੌਰ ਦੇ ਉੱਤੇ ਕਈ ਵਾਰ ਆਪਾਂ ਖੁੱਲ੍ਹ ਕੇ ਉਹਨਾਂ ਟੌਪਿਕਸ ਦੇ ਉੱਤੇ ਗੱਲ ਨਹੀਂ ਕਰ ਪਾਉਂਦੇ। ਮੈਂ ਉਸ ਚੀਜ਼ ਨੂੰ ਖੁਦ ਉਹਨਾਂ ਨੂੰ ਇਨਕਰੇਜ ਕਰਦੀ ਸੀ ਕਿ ਤੁਸੀਂ ਖੁੱਲ੍ਹ ਕੇ ਦੱਸੋ ਕੀ ਪ੍ਰੋਬਲਮ ਹੈ। ਫਿਰ ਹੌਲੀ ਹੌਲੀ ਜਿਹੜੀ ਉਹਨਾਂ ਦੇ ਮਨ 'ਚ ਵੀ ਜੋ ਇਹ ਜਿਹੇ ਗੱਲਾਂ ਸੀ ਉਹ ਠੀਕ ਹੋ ਗਈਆਂ। ਬਰੂਸੀਲੋਸਿਸ ਹੋ ਗਈ, ਮੂੰਹ ਖੁਰ ਦੀ ਬਿਮਾਰੀ ਹੋ ਗਈ, ਗਲਘੋਟੂ ਦੀ ਬਿਮਾਰੀ ਹੋ ਗਈ, ਉਹਦੀ ਰੈਗੂਲਰ ਵੈਕਸੀਨੇਸ਼ਨ ਸਾਲਾਨਾ ਸਾਡੇ ਮਹਿਕਮੇ ਵੱਲੋਂ ਕੀਤੀ ਜਾਂਦੀ ਹੈ। ਉਹ ਜਿਹੜੀ ਵੈਕਸੀਨੇਸ਼ਨਸ ਜਦੋਂ ਵੀ ਸਾਡਾ ਡਿਪਾਰਟਮੈਂਟ ਆਉਂਦਾ ਹੈ, ਸਾਡੇ ਡਿਪਾਰਟਮੈਂਟ ਦੇ ਲੋਕ ਆਉਂਦੇ ਤਾਂ ਉਹ ਜ਼ਰੂਰ ਵੈਕਸੀਨੇਸ਼ਨਸ ਕਰਵਾਉਣ। ਆਪਾਂ ਅੱਜ ਕੱਲ੍ਹ ਇਹ ਵੀ ਦੇਖਦੇ ਹਾਂ ਵੀ ਬਹੁਤ ਸਾਰੀਆਂ ਸਪਰੇਆਂ ਕਰੀ ਜਾਂਦੇ ਹਾਂ, ਬਹੁਤ ਸਾਰਾ ਆਪਾਂ ਯੂਰੀਆ ਪਾਈ ਜਾਂਦੇ ਹਾਂ, ਤਾਂ ਪਸ਼ੂਆਂ ਦੇ ਉੱਤੇ ਇਹਦਾ ਕੀ ਅਸਰ ਹੋ ਰਿਹਾ ਹੈ? ਸੋ ਇਹਦਾ ਸਭ ਤੋਂ ਵੱਡਾ ਨੁਕਸਾਨ ਪਹਿਲਾਂ ਤਾਂ ਪਸ਼ੂ ਦੀ ਮੌਤ ਹੋ ਸਕਦੀ ਹੈ। ਦੂਸਰਾ ਇਹਦਾ ਰੀਪਰੋਡਕਟਿਵ ਰੇਟ ਤੇ ਪਸ਼ੂ ਦੇ ਗਰਭ ਧਾਰਨ ਦੀ ਜਿਹੜੀ ਐਬਿਲਿਟੀ ਹੈ, ਜਿਹੜਾ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਲ ਦੇ ਵਿੱਚ ਇੱਕ ਜਿਹੜਾ ਹੈਗਾ ਬੱਚਾ ਦੇਣਾ ਚਾਹੀਦਾ ਮੱਝ ਜਾਂ ਗਾਂ ਨੂੰ ਨਾ, ਤੇ ਉਹ ਹੁੰਦਾ ਨਹੀਂ ਹੈਗਾ। ਉਹਦੇ ਵਿੱਚ ਐਨੀਮਲ ਰਿਪੀਟਰ ਬਣ ਜਾਂਦਾ ਹੈ, ਐਨੀਮਲ ਰਹਿੰਦਾ ਨਹੀਂ ਹੈਗਾ। ਜੋ ਕੁਝ ਪਸ਼ੂ ਨੇ ਖਾਣਾ ਹੈ ਉਹਦਾ ਹੀ ਦੁੱਧ ਬਣਨਾ ਹੈ। ਜੇ ਤੁਸੀਂ ਪਸ਼ੂ ਨੂੰ ਦਵਾਈਆਂ ਲਾ ਰਹੇ ਹੋ ਤਾਂ ਉਹੀ ਦਵਾਈਆਂ ਦੁੱਧ 'ਚ ਆਉਣੀਆਂ ਨੇ। ਆਪਾਂ ਘਰਾਂ ਦੇ ਵਿੱਚ ਡੌਗਸ ਰੱਖ ਲੈਂਦੇ ਆ, ਉਹਨਾਂ ਦੇ ਵਿੱਚ ਅੱਜ ਕੱਲ੍ਹ ਕੀ ਸਮੱਸਿਆ ਮੈਂ ਦੇਖਿਆ ਡੌਗਸ ਬਿਮਾਰ ਬਹੁਤ ਹੋ ਰਹੇ ਨੇ। ਤੇ ਮੋਸਟਲੀ ਜਿਹੜੇ ਅੱਜ ਕੱਲ੍ਹ ਸਾਡੇ ਕੋਲ ਕੇਸਿਸ ਆ ਰਹੇ ਉਹ ਕੈਨਾਈਨ ਪਾਰਵੋ ਵਾਇਰਸ ਡਿਜ਼ੀਜ਼ ਦੇ ਆ ਰਹੇ ਆ। ਹਾਂਜੀ, ਉਹਦੇ ਵਿੱਚ ਕੀ ਹੁੰਦਾ ਹੈ ਕਿ 1.5 ਮੰਥਸ ਤੇ ਜਦੋਂ 1.5 ਮਹੀਨੇ ਦਾ ਹੁੰਦਾ ਡੌਗ ਤਾਂ ਉਹ ਵੈਕਸੀਨ ਲਵਾਉਣੀ ਜ਼ਰੂਰੀ ਹੈ। ਉਸ ਤੋਂ ਬਾਅਦ ਉਹਦਾ ਬੂਸਟਰ ਤੇ ਉਸ ਤੋਂ ਬਾਅਦ ਹਰ ਸਾਲ, ਕਿਉਂਕਿ ਜਿਹੜੀ ਡਿਜ਼ੀਜ਼ ਹੈਗੀ ਆ ਉਹ ਥਰੂ ਏਅਰੋਸੋਲ ਰੂਟ ਹਵਾ ਦੇ ਰਾਹੀਂ ਫੈਲਦੀ ਹੈ, ਤੇ ਇਸ ਲਈ ਉਹ ਕਿਸੇ ਐਨੀਮਲ ਨੂੰ ਹੈ ਤਾਂ ਦੂਜੇ ਐਨੀਮਲ ਉਹਨੂੰ ਕੈਚ ਕਰ ਲੈਂਦਾ। ਆਲਮੋਸਟ ਮੈਂ ਇੰਡੀਆ ਦੇ ਹਰ ਅਖਬਾਰ 'ਚ ਜਿਹੜਾ ਫ੍ਰੀਲਾਂਸਰ ਕੰਟਰੀਬਿਊਟਰ ਨੂੰ ਐਕਸੈਪਟ ਕਰਦਾ ਸੀ ਉਹ 'ਚ ਆਰਟੀਕਲਸ ਭੇਜੇ ਤੇ ਮੇਰੇ ਛਪੇ ਆ। ਤੇ ਉਸ ਤੋਂ ਇਲਾਵਾ ਮੈਗਜ਼ੀਨਸ ਦੇ ਵਿੱਚ ਵੀ ਕੋਈ ਵੀ ਬਰਡ ਕੇਜ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦਾ, ਖੁੱਲ੍ਹੇ ਇਨਵਾਇਰਮੈਂਟ 'ਚ ਰਹਿਣਾ ਪਸੰਦ ਕਰਦਾ ਹੈਗਾ। ਸੋ ਜੇ ਤੁਸੀਂ ਰੱਖਦੇ ਹੋ ਇੱਦਾਂ ਦੇ ਬਰਡਸ ਤਾਂ ਉਹਨਾਂ ਦੀ ਟੇਕ ਕੇਅਰ, ਕੇਜ ਦੀ ਸਾਂਭ ਸੰਭਾਲ, ਉਹਦੀ ਸਫਾਈ ਦਾ ਧਿਆਨ, ਉਹਨਾਂ ਦੀ ਡਾਇਟ, ਉਹਨਾਂ ਦੇ ਬਾਰੇ ਪ੍ਰੋਪਰ ਡਾਕਟਰ ਤੋਂ ਗਾਈਡੈਂਸ ਲੈ ਕੇ ਹੀ ਰੱਖਣੀਆਂ ਚਾਹੀਦੀਆਂ ਨੇ। ਪਿੱਛੇ ਜੀ ਗੱਲ ਇਹ ਬੜੀ ਪ੍ਰਚਲਿਤ ਹੋਈ ਸੀਗੀ ਵੀ ਜਿਹੜੇ ਆ ਟਾਵਰਸ, ਮੋਬਾਈਲ ਟਾਵਰਸ ਇੰਨੇ ਲੱਗ ਗਏ ਨੇ, ਇੰਨੇ ਜਿਹੜੀਆਂ ਸਾਡੇ ਜਿਹੜੀਆਂ ਇੱਕ ਆਮ ਚਿੜੀ ਤੇ ਆਪਾਂ ਦੇਖਦੇ ਸੀਗੇ ਉਹ ਥੋੜੀ ਬਰਾਊਨ ਜੇ ਕਲਰ ਦੀ ਹੈ ਨਾ, ਉਹ ਪ੍ਰਜਾਤੀ ਇੱਥੋਂ ਮੈਨੂੰ ਲੱਗਦਾ ਲਗਭਗ ਖਤਮ ਹੋ ਗਈ ਹੈ। ਚਲੋ ਉਹ ਵੀ ਇੱਕ ਰੀਜ਼ਨ ਹੈ, ਰੇਡੀਏਸ਼ਨਸ ਦਾ ਵੀ ਇੱਕ ਰੀਜ਼ਨ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਪਸ਼ੂ ਹਸਪਤਾਲ ਦੇ ਵਿੱਚ ਮੌਜੂਦ ਹੈ ਤੇ ਤੁਹਾਡੀ ਮੁਲਾਕਾਤ ਮੈਂ ਇੱਕ ਅਜਿਹੀ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਕਰਵਾਉਣ ਜਾ ਰਿਹਾ ਹਾਂ ਜਿਸ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਇੱਥੋਂ ਤੱਕ ਕਿ ਪਸ਼ੂਆਂ ਦੇ ਨਾਲ ਅਜਿਹਾ ਪ੍ਰੇਮ ਪਾਇਆ, ਉਹਨਾਂ ਦੀ ਦੇਖਭਾਲ ਦੇ ਲਈ ਅਜਿਹਾ ਪ੍ਰੇਮ ਪਾਇਆ ਕਿ ਉਹਨਾਂ ਨੇ ਅਮਰੀਕਾ ਤੱਕ ਨੂੰ ਠੋਕਰ ਮਾਰ ਦਿੱਤੀ। ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਚਾਂਸ ਮਿਲੇ ਅਮਰੀਕਾ ਦੇ ਵਿੱਚ ਜਾ ਕੇ ਰਹਿਣ ਦੇ, ਸੈਟਲ ਹੋਣ ਦੇ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕੀਤਾ ਸਿਰਫ ਪਸ਼ੂ ਤੇ ਪੰਛੀਆਂ ਦੇ ਲਈ। ਸਾਡੇ ਨਾਲ ਡਾਕਟਰ ਰਾਣਾ ਪ੍ਰੀਤ ਗਿੱਲ ਜੀ ਮੌਜੂਦ ਨੇ, ਰਾਈਟਰ ਵੀ ਨੇ। ਗੱਲਬਾਤ ਕਰਦੇ ਹਾਂ ਮੈਮ, ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਮੈਨੂੰ ਇਨਵਾਈਟ ਕਰਨ ਲਈ ਹਮਦਰਦ ਟੀਵੀ ਤੇ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਮੇਰਾ ਪਹਿਲਾ ਸਵਾਲ ਇਹੀ ਹੈ ਮੈਮ, ਅਮਰੀਕਾ ਛੱਡ ਦਿੱਤੀ, ਸੈਟਲ ਹੋਣ ਦਾ ਚਾਂਸ ਮਿਲਿਆ, ਕਿਉਂ ਅਮਰੀਕਾ ਨਹੀਂ ਗਏ ਔਰ ਅੱਜ ਵੈਟਰਨਰੀ ਡਾਕਟਰ ਸੇਵਾ ਕਰ ਰਹੇ ਹੋ? ਦੇਖੋ ਮੈਂ ਤਾਂ ਬਹੁਤ ਹੀ ਮੇਰਾ ਜਿਹੜਾ ਵੀ ਡਿਸੀਜ਼ਨ ਉਧਰ ਰਿਹਾ ਅਮਰੀਕਾ ਨਾ ਜਾਣ ਦਾ, ਉਸ ਚੀਜ਼ ਨੂੰ ਮੈਂ ਬਹੁਤ ਵਧੀਆ ਮੰਨਦੀ ਹਾਂ ਕਿ ਮੇਰੇ ਲਈ ਬਹੁਤ ਅੱਛਾ ਹੋਇਆ। ਸੋ ਉਹ ਜਿਵੇਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਕਿ ਪਹਿਲਾਂ ਵੀ ਅਤੇ ਹੁਣ ਵੀ ਰੁਝਾਨ ਤਾਂ ਇਹੀ ਹੈ ਕਿ ਬਹੁਤੇ ਜ਼ਿਆਦਾ ਜਿਹੜੇ ਸਟੂਡੈਂਟਸ ਯੂਨੀਵਰਸਿਟੀਜ਼ ਤੋਂ ਕਾਲਜਿਸ ਤੋਂ ਪਾਸ ਆਊਟ ਹੁੰਦੇ ਉਹ ਬਾਹਰ ਜਾਣਾ ਚਾਹੁੰਦੇ ਹੈਗੇ ਆ, ਇੱਥੇ ਸੈਟਲ ਨਹੀਂ ਹੋਣਾ ਚਾਹੁੰਦੇ, ਕਿਉਂਕਿ ਲੋਕਾਂ ਨੂੰ ਲੱਗਦਾ ਅਤੇ ਇੱਥੇ ਕੁਆਲਿਟੀ ਆਫ ਲਾਈਫ ਹੋਣੀ ਵਧੀਆ ਨਹੀਂ ਹੈਗੀ। ਪਰ ਚਲੋ ਮੇਰੇ ਕੇਸ 'ਚ ਮੇਰੀ ਐਡਮਿਸ਼ਨ ਹੋ ਗਈ ਸੀ, ਪਰ ਫॉर ਸਮ ਰੀਜ਼ਨਸ ਮੇਰਾ ਜਾਣਾ ਨਹੀਂ ਬਣਿਆ, ਇੱਥੇ ਗਵਰਨਮੈਂਟ ਜੋਬ ਦੇ ਵਿੱਚ ਸੈਟਲ ਹੋ ਗਈ ਹਾਂ। ਅਤੇ ਹੁਣ ਸਿੰਸ 2006 ਮੈਂ ਐਜ਼ ਅ ਵੈਟਨਰੀ ਡਾਕਟਰ, ਐਜ਼ ਵੈਟਨਰੀ ਆਫਿਸਰ ਪੰਜਾਬ ਗਵਰਨਮੈਂਟ ਦੇ ਨਾਲ ਕੰਮ ਕਰ ਰਹੀ ਹਾਂ, ਅਤੇ ਬਹੁਤ ਅੱਛਾ ਲੱਗ ਰਿਹਾ ਅਤੇ ਬਹੁਤ ਖੁਸ਼ੀ ਹੋਈ ਅਤੇ ਮੈਨੂੰ ਵਧੀਆ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਮੇਰਾ ਜਿਹੜਾ ਉਹ ਡਿਸੀਜ਼ਨ ਸੀਗਾ ਜੋ ਲਿਆ ਉਹ ਵਧੀਆ ਰਿਹਾ। ਅੱਛਾ ਮੈਮ, ਮੈਂ ਹਸਪੀਟਲ ਦੇਖ ਰਿਹਾ, ਮੈਨੂੰ ਲੱਗਦਾ ਵੀ ਪੰਜਾਬ ਦਾ ਬਹੁਤ ਸਾਰੇ ਡਾਕਟਰ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਮੈਂ ਜੋ ਮਹਿਸੂਸ ਕੀਤਾ, ਜਿੰਨੇ ਕੁ ਮੈਂ ਹਸਪੀਟਲ ਦੇਖੇ ਨੇ ਵੈਟਰਨਰੀ ਹਸਪੀਟਲ, ਤਾਂ ਸਭ ਤੋਂ ਖੂਬਸੂਰਤ ਸੋਹਣਾ ਹਸਪੀਟਲ ਪਹਿਲਾਂ ਦੇਖਿਆ ਹੋਊਗਾ ਮੈਂ ਪੰਜਾਬ ਦਾ। ਇਹਨੂੰ ਸੋਹਣਾ ਤੁਸੀਂ ਅੰਦਰੋਂ ਵੀ ਬਣਾਇਆ, ਇੱਕ ਦਫ਼ਤਰ ਪ੍ਰੋਪਰ ਬਣਾਇਆ, ਨਹੀਂ ਤਾਂ ਘੱਟਾ ਮਿੱਟੀ ਤਾਂ ਮੈਂ ਹਰ ਹਸਪੀਟਲ ਦੇ ਵਿੱਚ ਦੇਖਦਾ। ਦੇਖੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਡੇ ਦੇ 6 ਘੰਟੇ ਹਸਪੀਟਲ ਦੇ ਵਿੱਚ ਸਪੈਂਡ ਕਰਦੀ ਹਾਂ, ਅਤੇ ਮੈਨੂੰ ਲੱਗਦਾ ਸੀਗਾ ਕਿ ਉਹ ਸਰਾਊਂਡਿੰਗਸ ਜਿਹੜੀਆਂ ਵਧੀਆ ਹੋਣੀਆਂ ਬਹੁਤ ਜ਼ਰੂਰੀ ਨੇ। ਇਸ ਲਈ ਉਹਨੂੰ ਮੈਂ ਆਪਣਾ ਸਮਝ ਕੇ ਮੈਂ ਉਹਨੂੰ ਪੇਂਟ ਕਰਾਇਆ, ਉਹਦੇ 'ਚ ਪਲਾਂਟਸ ਰੱਖੇ ਅਤੇ ਉਹਨੂੰ ਵਧੀਆ ਬਣਾਇਆ। ਸੋ ਮੈਨੂੰ ਲੱਗਦਾ ਕਿ ਚੰਗਾ ਲੱਗਦਾ ਹੈ, ਹੁਣ ਜ਼ਿਆਦਾ ਵਧੀਆ ਲੱਗਦਾ ਜੋਬ 'ਤੇ। ਚਲੋ ਸਾਰੇ ਹੀ ਜਾਂਦੇ ਨੇ, ਪਰ ਇੱਥੇ ਵੀ ਇੱਕ ਆਪਣਾ ਘਰ ਵਰਗੀ ਆਪਣਾ ਮਿਲਦੀ ਹੈ, ਮੇਰਾ ਸਟਾਫ ਹੈਗਾ, ਤਾਂ ਮੈਨੂੰ ਲੱਗਦਾ ਕਿ ਮੇਰੀ ਸੈਕਿੰਡ ਫੈਮਿਲੀ ਨੇ।
ਮੈਮ ਜਿਵੇਂ ਇਸ ਫੀਲਡ ਦੇ ਵਿੱਚ ਆਪਾਂ ਜ਼ਿਆਦਾ ਮੇਲ ਡਾਕਟਰਸ ਹੀ ਦੇਖਦੇ ਹਾਂ, ਤਾਂ ਤੁਹਾਡਾ ਕਿਵੇਂ ਇਸ ਪਾਸੇ ਨੂੰ ਆਉਣ ਦਾ ਰੁਝਾਨ ਬਣਿਆ? ਉਦੋਂ ਫੈਮਿਲੀ ਦੀ ਰਿਐਕਸ਼ਨ ਕੀ ਸੀਗੀ? ਤਾਂ ਫਿਰ ਜਦੋਂ ਆਏ ਤਾਂ ਆ ਕੇ ਕੁਝ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ ਸਮਾਜਿਕ ਤੌਰ ਦੇ ਉੱਤੇ ਵੀ। ਦੇਖੋ, ਮੈਂ ਉਸ ਟਾਈਮ ਤੇ ਇੰਨੀ ਜ਼ਿਆਦਾ ਅਵੇਅਰ ਨਹੀਂ ਸੀ। ਇਨਫੈਕਟ ਮੇਰੇ ਫਾਦਰ ਸਾਹਿਬ ਨੂੰ ਜ਼ਿਆਦਾ ਇਹਦੇ ਬਾਰੇ ਨੌਲੇਜ ਸੀ ਕਿ ਵੈਟਨਰੀ ਦਾ ਕੋਰਸ ਕਰਕੇ ਬਾਹਰ ਜਿਹੜਾ ਹੈਗਾ ਉਹ ਸੈਟਲ ਹੋਇਆ ਜਾ ਸਕਦਾ, ਕਿਉਂਕਿ ਬਾਹਰ ਇਸ ਕੋਰਸ ਦੀ ਕਾਫੀ ਜ਼ਿਆਦਾ ਡਿਮਾਂਡ ਹੈ। ਜਦੋਂ ਮੈਂ ਜੌਬ ਜੁਆਇਨ ਕੀਤੀ ਇਨ 2006, ਉਦੋਂ ਕਾਫੀ ਘੱਟ ਕੁੜੀਆਂ ਸੀਆਂ, ਉਦੋਂ ਕਾਫੀ ਦੇਰ ਬਾਅਦ ਜੌਬਸ ਨਿਕਲੀਆਂ ਸੀ, ਅਤੇ ਹੁਣ ਤਾਂ ਲੇਡੀ ਵੈਟਨਰੀ ਆਫਿਸਰਸ ਦੀ ਬਹੁਤ ਜ਼ਿਆਦਾ ਸਟਰੈਂਥ ਹੈਗੀ ਹੈ। ਤਾਂ ਚੁਣੌਤੀਆਂ ਦਾ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਚੁਣੌਤੀਆਂ ਇਸ ਤਰ੍ਹਾਂ ਦੀਆਂ ਆਈਆਂ ਕਿਉਂਕਿ ਇਸ ਫੀਲਡ ਦੇ ਵਿੱਚ ਹਾਲੇ ਵੀ ਲੇਡੀਜ਼ ਬਹੁਤ ਘੱਟ ਨੇ। ਇੱਕ ਲੇਡੀ ਵੈਟਨਰੀ ਆਫਿਸਰ ਲੋਕਾਂ ਨੇ ਦੇਖੀ ਨਹੀਂ ਹੁੰਦੀ, ਲੋਕਾਂ ਨੂੰ ਥੋੜ੍ਹਾ ਅਜੀਬ ਲੱਗਦਾ ਕਿ ਇਹ MBBS ਡਾਕਟਰਸ ਵੀ ਹੁੰਦੀਆਂ ਨੇ, ਡੈਂਟਿਸਟ ਵਿੱਚ ਵੀ ਕੁੜੀਆਂ ਉਹਨਾਂ ਨੇ ਦੇਖਿਆ ਨੇ, ਪਰ ਉਹਨਾਂ ਨੇ ਪਿੰਡਾਂ ਦੇ ਵਿੱਚ ਮਤਲਬ ਉਹਨਾਂ ਨੇ ਦੇਖਿਆ ਨਹੀਂ ਹੈਗਾ ਵੀ ਕੁੜੀਆਂ ਪਸ਼ੂਆਂ ਦੇ ਨਾਲ ਕੰਮ ਕਰਦੀਆਂ ਅਤੇ ਉਹਨਾਂ ਦੇ ਵਿੱਚ ਵਿਚਰਦੀਆਂ ਹੋਈਆਂ। ਸੋ ਇਹ ਉਸ ਟਾਈਮ 'ਤੇ ਇੱਕ ਬੜੀ ਨਿਵੇਕਲੀ ਗੱਲ ਸੀਗੀ। ਸੋ ਜਦੋਂ ਮੈਂ 2006 ਦੇ ਵਿੱਚ ਜੁਆਇਨ ਕੀਤਾ, ਬਘੇਲਾ ਮੇਰਾ ਸਟੇਸ਼ਨ ਨਕੋਦਰ ਜਗਰਾਓਂ ਰੋਡ 'ਤੇ ਕਾਫੀ ਇੰਟੀਰੀਅਰ ਦੇ ਵਿੱਚ ਜਾ ਕੇ ਆ, ਅਤੇ ਲੋਕਾਂ ਲਈ ਇੱਕ ਬੜੀ ਵੱਖਰੀ ਚੀਜ਼ ਸੀ। ਅਤੇ ਉਹ ਸਟਾਰਟਿੰਗ ਦੇ ਵਿੱਚ ਤਾਂ ਸਿਰਫ ਦੇਖਣ ਹੀ ਆਉਂਦੇ ਸੀਗੇ ਕਿ ਇੱਕ ਲੇਡੀ ਵੈਟਨਰੀ ਡਾਕਟਰ ਹੈ, ਅਸੀਂ ਜਾ ਕੇ ਪਹਿਲਾਂ ਦੀ ਨੌਲੇਜ ਟੈਸਟ ਕਰੀਏ। ਸੋ ਇੱਦਾਂ ਦੀਆਂ ਚੁਣੌਤੀਆਂ ਆਈਆਂ ਅਤੇ ਲੋਕਾਂ ਨੇ ਪਹਿਲਾਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮੈਨੂੰ ਇੰਪੋਰਟੈਂਸ ਹੀ ਦੇਣੀ ਐਜ਼ ਅ ਡਾਕਟਰ ਜਿਹੜਾ ਹੈਗਾ, ਉਹਨਾਂ ਨੂੰ ਲੱਗਦਾ ਸੀਗਾ ਕਿ ਇੰਨੀ ਕਾਬਲੀਅਤ ਨਹੀਂ ਹੈਗੀ। ਪਰ ਹੌਲੀ ਹੌਲੀ ਉਸ ਚੀਜ਼ ਨੂੰ ਮੈਂ ਆਪਣੇ ਆਪ ਨੂੰ ਪ੍ਰੂਵ ਕੀਤਾ, ਉਹਨਾਂ ਦੀ ਜਿਹੜੀ ਥਿੰਕਿੰਗ ਸੀ ਉਹਨਾਂ ਨੂੰ ਚੇਂਜ ਕੀਤਾ। ਜਿਵੇਂ ਮਰਦ ਵੀ ਆਉਂਦੇ ਹੋਣਗੇ, ਜ਼ਿਆਦਾਤਰ ਤਾਂ ਪਸ਼ੂਆਂ ਦੇ ਨਾਲ ਹਸਪੀਟਲ ਜਾਂਦੇ ਅਸੀਂ ਮਰਦ ਦੇਖੇ ਨੇ। ਜੇ ਆਪਾਂ ਇਨਸਾਨਾਂ ਦੀ ਗੱਲ ਕਰੀਏ ਤਾਂ ਜੇ ਕੋਈ ਫੀਮੇਲ ਹੈਗੀ, ਉਹਨੂੰ ਕੋਈ ਦਿੱਕਤ ਹੈ ਤਾਂ ਉਹ ਫੀਮੇਲ ਡਾਕਟਰ ਤੋਂ ਜਾਣਾ ਪਸੰਦ ਕਰਦੀ ਹੈ ਵੀ ਮੈਨੂੰ ਘੱਟੋ ਘੱਟ ਮੈਂ ਆਪਣੀ ਬਿਮਾਰੀ ਜਾਂ ਜੋ ਮੈਨੂੰ ਤਕਲੀਫ ਹੈ ਮੈਂ ਖੁੱਲ੍ਹ ਕੇ ਦੱਸ ਸਕਾਂ। ਤਾਂ ਇੱਥੇ ਫਿਰ ਕਿੱਦਾਂ ਜਦੋਂ ਜੈਂਟਸ ਆਉਂਦੇ ਨੇ ਅਤੇ ਪਸ਼ੂਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਜੋ ਸਾਡੇ ਸਮਾਜਿਕ ਤੌਰ ਦੇ ਉੱਤੇ ਕਈ ਵਾਰ ਆਪਾਂ ਖੁੱਲ੍ਹ ਕੇ ਉਹਨਾਂ ਟੌਪਿਕਸ ਦੇ ਉੱਤੇ ਗੱਲ ਨਹੀਂ ਕਰ ਪਾਉਂਦੇ, ਕਿਉਂਕਿ ਜੇ ਗਰਭ ਧਾਰਨ ਦੀ ਗੱਲ ਕਰ ਲਈਏ ਪਸ਼ੂਆਂ ਦੀ, ਜਾਂ ਹੋਰ ਕੋਈ ਪਰੇਸ਼ਾਨੀ ਦੀ ਗੱਲ ਕਰ ਲਈਏ, ਬੱਚੇਦਾਨੀ ਦੀ ਕੋਈ ਦਿੱਕਤ ਆ ਰਹੀ ਹੈ, ਤਾਂ ਉਹ ਫਿਰ ਕਿਵੇਂ ਤੁਹਾਨੂੰ ਆ ਕੇ ਡੀਲ ਕਰਦੇ ਨੇ, ਕਿਵੇਂ ਗੱਲ ਕਰ ਪਾਉਂਦੇ ਨੇ, ਖੁੱਲ੍ਹ ਕੇ ਦੱਸ ਪਾਉਂਦੇ ਨੇ ਬਿਮਾਰੀ? ਦੇਖੋ, ਇਨੀਸ਼ੀਅਲੀ ਤਾਂ ਲੋਕ ਹੈਜ਼ੀਟੇਟ ਕਰਦੇ ਸੀਗੇ ਕਿ ਕਿੱਦਾਂ ਅਸੀਂ ਦੱਸੀਏ, ਅਤੇ ਕੁਛ ਮੈਨੂੰ ਵੀ ਪੰਜਾਬੀ ਦਾ ਜਿਹੜਾ ਉਹਨਾਂ ਟਰਮੀਨੋਲੋਜੀਜ਼ ਜਿਹੜੀ ਪਿੰਡਾਂ ਦੇ ਵਿੱਚ ਵਰਤੀ ਜਾਂਦੀ ਹੈ ਉਹਦਾ ਗਿਆਨ ਨਹੀਂ ਸੀਗਾ, ਬਿਕੋਜ਼ ਮੈਨੂੰ ਜਿਹੜੀ ਬੁੱਕਸ ਦੀ ਟਰਮੀਨੋਲੋਜੀ ਆ ਉਹ ਮੈਂ ਵਰਤਦੀ ਸੀ। ਪਰ ਹੌਲੀ ਹੌਲੀ ਨਾਲ ਦੇ ਜਿਹੜੇ ਮੇਰੇ ਵੈਟਨਰੀ ਡਾਕਟਰ ਸੀਗੇ, ਨਾਲ ਦੇ ਏਰੀਆਜ਼ ਪੋਸਟਡ ਸੀ, ਉਹਨਾਂ ਨੇ ਬੜੀ ਹੈਲਪ ਕੀਤੀ। ਉਹਨਾਂ ਨੇ ਬੇਸਿਕ ਜਿਹੜੀਆਂ ਟਰਮਸ ਹੈਗੀਆਂ ਨੇ ਉਹ ਦੱਸੀਆਂ ਮੈਨੂੰ, ਉਹ ਮੈਂ ਡਾਇਰੀ 'ਤੇ ਨੋਟ ਕੀਤੀਆਂ, ਉਹ ਯਾਦ ਕੀਤੀਆਂ, ਅਤੇ ਲੋਕਾਂ ਦੀ ਜਿਹੜੀ ਹੈਜ਼ੀਟੇਸ਼ਨ ਸੀ ਉਹ ਵੀ ਹੌਲੀ ਹੌਲੀ ਘੱਟ ਗਈ। ਫਿਰ ਲੋਕਾਂ ਦੀ ਜਿਹੜੀ ਹੈਜ਼ੀਟੇਸ਼ਨ ਸੀ, ਮਤਲਬ ਇੱਕ ਦੋ ਵਾਰ ਉਹਨਾਂ ਨੂੰ ਲੱਗਿਆ ਕਿ ਅਸੀਂ ਕਿੱਦਾਂ ਗੱਲ ਕਰੀਏ, ਪਰ ਜਦੋਂ ਮੇਰੇ ਮਨ 'ਚ ਇੱਦਾਂ ਦੀ ਕੋਈ ਗੱਲ ਨਹੀਂ ਸੀਗੀ, ਮੈਂ ਉਸ ਚੀਜ਼ ਨੂੰ ਖੁਦ ਉਹਨਾਂ ਨੂੰ ਇਨਕਰੇਜ ਕਰਦੀ ਸੀ ਕਿ ਤੁਸੀਂ ਖੁੱਲ੍ਹ ਕੇ ਦੱਸੋ ਕੀ ਪ੍ਰੋਬਲਮ ਹੈ। ਫਿਰ ਹੌਲੀ ਹੌਲੀ ਜਿਹੜੀ ਉਹਨਾਂ ਦੇ ਮਨ 'ਚ ਵੀ ਜੋ ਇਹੋ ਜਿਹੀਆਂ ਗੱਲਾਂ ਸੀ ਉਹ ਠੀਕ ਹੋ ਗਈਆਂ। ਸੋ ਮੈਮ ਮੈਂ ਮੇਨ ਗੱਲ 'ਤੇ ਆਉਣਾ, ਬਹੁਤ ਸਾਰੇ ਪਸ਼ੂ ਲੋਕ ਰੱਖਦੇ ਨੇ, ਕਿਸਾਨ ਰੱਖਦੇ ਨੇ, ਤਾਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਪਸ਼ੂਆਂ ਨੂੰ ਹੋ ਜਾਂਦੀਆਂ ਨੇ। ਮੈਂ ਚਾਹੂੰਗਾ ਵੀ ਅੱਜ ਇਸ ਇੰਟਰਵਿਊ ਦੇ ਵਿੱਚ ਜਿੱਥੇ ਆਪਾਂ ਤੁਹਾਡੀ ਨਿੱਜੀ ਜ਼ਿੰਦਗੀ ਦੇ ਬਾਰੇ ਜਾਣ ਰਹੇ ਹਾਂ, ਇਸ ਫੀਲਡ ਦੇ ਬਾਰੇ ਜਾਣ ਰਹੇ ਹਾਂ, ਤਾਂ ਮੈਂ ਉਹਨਾਂ ਪਸ਼ੂਆਂ ਦੀਆਂ ਬਿਮਾਰੀਆਂ ਦੇ ਬਾਰੇ ਵੀ ਗੱਲ ਕਰੀਏ, ਤਾਂ ਜੋ ਜਿਹੜੇ ਦਰਸ਼ਕ ਦੇਖ ਰਹੇ ਨੇ ਘੱਟੋ ਘੱਟ ਕੁਝ ਸੁਣ ਕੇ ਉਹਨਾਂ ਨੂੰ ਕੁਝ ਆਪਣੇ ਪਸ਼ੂਆਂ ਦੇ ਲਈ ਚੰਗੀ ਚੀਜ਼ ਜਿਹੜੀ ਆ ਸੁਣਨ ਨੂੰ ਮਿਲ ਸਕੇ, ਔਰ ਉਹ ਇਲਾਜ ਜਾਂ ਕਿਸ ਤਰੀਕੇ ਦੇ ਨਾਲ ਪਸ਼ੂ ਹੈਂਡਲ ਕਰਨੇ ਨੇ ਉਹ ਸਮਝ ਆ ਸਕੇ ਉਹਨਾਂ ਨੂੰ। ਦੇਖੋ, ਮੇਨ ਜਿਹੜੀਆਂ ਪਸ਼ੂਆਂ ਦੀਆਂ ਬਿਮਾਰੀਆਂ ਹੈਗੀਆਂ ਨੇ ਉਹ ਸਟਾਰਟ ਹੁੰਦੀਆਂ ਨੇ, ਪਹਿਲਾਂ ਤਾਂ ਪਸ਼ੂਆਂ ਦਾ ਰੱਖ ਰਖਾਵ ਜਿਹੜਾ ਹੈਗਾ ਕਿਸਾਨਾਂ ਨੂੰ ਨਾ ਉਹ ਬਹੁਤ ਚੰਗੀ ਤਰ੍ਹਾਂ ਰੱਖਣਾ ਚਾਹੀਦਾ ਹੈ। ਪਸ਼ੂਆਂ ਦੀ ਖੁਦ ਦੇਖਭਾਲ ਕਰਨੀ ਇਹ ਇੱਕ ਬਹੁਤ ਵੱਡਾ ਮੁੱਦਾ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਬੰਦੇ ਰੱਖੇ ਹੋਏ ਨੇ, ਅਤੇ ਉਹ ਜਿਹੜੇ ਬੰਦੇ ਆ ਉਹ ਟੇਕ ਕੇਅਰ ਨਹੀਂ ਕਰ ਰਹੇ ਐਨੀਮਲਸ ਦੀ, ਅਤੇ ਉਹਦੇ ਕਰਕੇ ਪਸ਼ੂ ਬਿਮਾਰ ਰਹਿੰਦਾ ਹੈ, ਅਤੇ ਇਸ ਚੀਜ਼ ਦਾ ਕਈ ਵਾਰ ਜਿਹੜਾ ਕਿਸਾਨ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ। ਸੋ ਪਸ਼ੂਆਂ ਦੇ ਵਿੱਚ ਆਪ ਜਾਣਾ, ਉਹਨਾਂ ਦੀ ਦੇਖਭਾਲ ਕਰਨੀ, ਉਹਨਾਂ ਦਾ ਰੱਖ ਰਖਾਵ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਮਲੱਪਾਂ ਤੋਂ ਅਤੇ ਚਿਚੜਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਜਿਹੜਾ ਸਾਡਾ ਮਹਿਕਮਾ ਹੈ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਪੰਜਾਬ, ਉਹ ਕੁਛ ਇਹੋ ਜਿਹੇ ਜਿਹੜੇ ਬਿਮਾਰੀਆਂ ਹੈਗੀਆਂ ਪਸ਼ੂਆਂ 'ਚ ਬਹੁਤ ਜ਼ਿਆਦਾ ਹੁੰਦੀਆਂ, ਜਿਵੇਂ ਬਰੂਸੀਲੋਸਿਸ ਹੋ ਗਈ, ਮੂੰਹ ਖੁਰ ਦੀ ਬਿਮਾਰੀ ਹੋ ਗਈ, ਗਲ ਘੋਟੂ ਦੀ ਬਿਮਾਰੀ ਹੋ ਗਈ, ਉਹਦੀ ਰੈਗੂਲਰ ਵੈਕਸੀਨੇਸ਼ਨ ਸਾਲਾਨਾ ਸਾਡੇ ਮਹਿਕਮੇ ਵੱਲੋਂ ਕੀਤੀ ਜਾਂਦੀ ਹੈ। ਉਹ ਜਿਹੜੀ ਵੈਕਸੀਨੇਸ਼ਨਸ ਜਦੋਂ ਵੀ ਸਾਡਾ ਡਿਪਾਰਟਮੈਂਟ ਆਉਂਦਾ ਹੈ, ਸਾਡੇ ਡਿਪਾਰਟਮੈਂਟ ਦੇ ਲੋਕ ਆਉਂਦੇ ਤਾਂ ਉਹ ਜ਼ਰੂਰ ਵੈਕਸੀਨੇਸ਼ਨਸ ਕਰਵਾਉਣ। ਅਤੇ ਅੱਜ ਕੱਲ੍ਹ ਦਾ ਹੁਣ ਜਿਵੇਂ ਮੌਸਮ ਹੈਗਾ, ਚੇਂਜ ਆਫ ਵੈਦਰ ਹੈ, ਉਹਦੇ ਵਿੱਚ ਵੀ ਪਸ਼ੂਆਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਫਿਰ ਛੋਟੇ ਬੱਚਿਆਂ ਦੀ, ਕਟੜੂਆਂ ਬਛੜੂਆਂ ਦੀ ਮੋਰਟੈਲਿਟੀ, ਉਹਨਾਂ ਦਾ ਮੌਤ ਦਰ ਘਟਾਉਣ ਲਈ
ਉਹਨਾਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨਾਲ ਨਜਿੱਠਿਆ ਉਦੋਂ ਹੀ ਜਾ ਸਕਦਾ ਹੈ ਜਦੋਂ ਇੱਕ ਕਿਸਾਨ ਹੈ ਜਿਹਨੇ ਐਨੀਮਲਸ ਰੱਖੇ ਆ ਉਹ ਖੁਦ ਉਹਨਾਂ ਦੀ ਟੇਕ ਕੇਅਰ ਕਰੇ। ਜਿਵੇਂ ਮੈਮ ਆਪਾਂ ਅੱਜ ਕੱਲ੍ਹ ਇਹ ਵੀ ਦੇਖਦੇ ਹਾਂ ਵੀ ਬਹੁਤ ਸਾਰੀਆਂ ਸਪਰੇਆਂ ਕਰੀ ਜਾਂਦੇ ਆ, ਬਹੁਤ ਸਾਰਾ ਆਪਾਂ ਯੂਰੀਆ ਪਾਈ ਜਾਂਦੇ ਆ, ਤਾਂ ਪਸ਼ੂਆਂ ਦੇ ਉੱਤੇ ਇਹਦਾ ਕੀ ਅਸਰ ਹੋ ਰਿਹਾ ਹੈ? ਦੁੱਧ ਦੇ ਉੱਤੇ ਅਸਰ ਹੁੰਦਾ ਹੈ, ਉਹਨਾਂ ਦੇ ਗਰਭ ਧਾਰਨ ਦੇ ਉੱਤੇ ਕੋਈ ਅਸਰ ਹੁੰਦਾ ਹੈ? ਇੱਦਾਂ ਦੀਆਂ ਕੋਈ ਕਾਮਨ ਬਿਮਾਰੀ ਅੱਜ ਕੱਲ੍ਹ ਜਿਹੜੀ ਜ਼ਿਆਦਾ ਤੁਹਾਨੂੰ ਮਹਿਸੂਸ ਹੁੰਦੀ ਹੈ ਵੀ ਇਸ ਚੀਜ਼ ਦਾ ਇਹ ਨੁਕਸਾਨ ਹੋ ਰਿਹਾ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਜਿਹੜੇ ਪੱਠੇ ਪਾਉਂਦੇ ਆ ਜੇ ਉਹਨਾਂ 'ਤੇ ਕਿਸੇ ਕਿਸਮ ਦੀ ਸਪਰੇਅ ਹੋਈ ਹੈ ਤਾਂ ਉਹ ਟੌਕਸਿਸਿਟੀ ਹੋ ਜਾਂਦੀ ਆ। ਜੇ ਉਹ ਸਪਰੇਅ ਵਾਲੇ ਪੱਠੇ ਪਸ਼ੂ ਖਾਂਦੇ ਆ ਤਾਂ ਉਹਨਾਂ ਨੂੰ ਟੌਕਸਿਸਿਟੀ ਹੋ ਜਾਂਦੀ ਹੈ, ਉਹਨਾਂ ਦੀ ਜਾਨ ਵੀ ਜਾ ਸਕਦੀ ਹੈ। ਫਿਰ ਜੇ ਉਹਨਾਂ ਨੂੰ ਟੌਕਸਿਸਿਟੀ ਨਹੀਂ ਵੀ ਹੁੰਦੀ, ਘੱਟ ਕੁਆਂਟੀਟੀ 'ਚ ਸਪਰੇਅ ਪਈ ਹੈ ਤਾਂ ਉਹ ਧਰਤੀ 'ਚ ਅਕਿਊਮੂਲੇਟ ਹੋ ਰਹੀ ਹੈ, ਫਿਰ ਧਰਤੀ 'ਚ ਉਹ ਜਿਹੜੇ ਪੱਠੇ ਉਗ ਰਹੇ ਨੇ ਫਿਰ ਉਹ ਕੰਟੈਮੀਨੇਟਡ ਹੁੰਦੇ ਨੇ। ਸੋ ਇਹਦਾ ਸਭ ਤੋਂ ਵੱਡਾ ਨੁਕਸਾਨ ਪਹਿਲਾਂ ਤਾਂ ਪਸ਼ੂ ਦੀ ਮੌਤ ਹੋ ਸਕਦੀ ਹੈ। ਦੂਸਰਾ ਇਹਦਾ ਰੀਪਰੋਡਕਟਿਵ ਰੇਟ 'ਤੇ ਪਸ਼ੂ ਦੇ ਗਰਭ ਧਾਰਨ ਦੀ ਜਿਹੜੀ ਐਬਿਲਿਟੀ ਹੈ, ਜਿਹੜਾ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਲ ਦੇ ਵਿੱਚ ਇੱਕ ਜਿਹੜਾ ਹੈਗਾ ਬੱਚਾ ਦੇਣਾ ਚਾਹੀਦਾ ਮੱਝ ਜਾਂ ਗਾਂ ਨੂੰ, ਹੈ ਨਾ, ਅਤੇ ਉਹ ਹੁੰਦਾ ਨਹੀਂ ਹੈਗਾ। ਉਹਦੇ ਵਿੱਚ ਐਨੀਮਲ ਰਿਪੀਟਰ ਬਣ ਜਾਂਦਾ ਹੈ, ਐਨੀਮਲ ਰਹਿੰਦਾ ਨਹੀਂ ਹੈਗਾ, ਅਤੇ ਉਹਦੀ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਹੈ ਉਹਦੀ ਰੀਪਰੋਡਕਸ਼ਨ 'ਤੇ ਉਹਦੇ ਗਰਭ ਧਾਰਨ 'ਤੇ ਪੈਂਦਾ। ਸੋ ਦੁੱਧ 'ਚ ਡੈਫੀਨੇਟਲੀ ਜਿਹੜਾ ਵੀ ਪਸ਼ੂ ਜੋ ਕੁਝ ਪਸ਼ੂ ਨੇ ਖਾਣਾ ਹੈ ਉਹਦਾ ਹੀ ਦੁੱਧ ਬਣਨਾ ਹੈ। ਜੇ ਤੁਸੀਂ ਪਸ਼ੂ ਨੂੰ ਦਵਾਈਆਂ ਲਾ ਰਹੇ ਹੋ ਤਾਂ ਉਹੀ ਦਵਾਈਆਂ ਦੁੱਧ 'ਚ ਆਉਣੀਆਂ ਨੇ। ਜਿਹੜੇ ਪੱਠੇ ਜੇ ਕੰਟੈਮੀਨੇਟਡ ਹੈ ਤਾਂ ਉਹ ਦੁੱਧ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਦੁੱਧ ਦੀ ਨਿਊਟ੍ਰੀਸ਼ੀਅਸ ਵੈਲਿਊ ਹੈ ਉਹ ਕਿਤੇ ਨਾ ਕਿਤੇ ਘਟ ਰਹੀ ਹੈ, ਕਿਉਂਕਿ ਜੇ ਤੁਸੀਂ ਪਸ਼ੂ ਨੂੰ ਐਜ ਏ ਕੰਟੈਮੀਨੇਟਡ ਪੱਠੇ ਪਾ ਰਹੇ ਹੋ ਉਹਦੀ ਸਿਹਤ ਵੀ ਖਰਾਬ ਹੋ ਰਹੀ ਹੈ, ਅਤੇ ਜਿਹੜੇ ਉਹ ਦੁੱਧ ਪੀ ਰਹੇ ਉਹਨਾਂ ਦੀ ਸਿਹਤ 'ਤੇ ਵੀ ਅਸਰ ਪੈ ਰਿਹਾ। ਜਿਵੇਂ ਮੈਮ ਆਪਾਂ ਘਰਾਂ ਦੇ ਵਿੱਚ ਡੌਗਸ ਰੱਖ ਲੈਂਦੇ ਹਾਂ, ਉਹਨਾਂ ਦੇ ਵਿੱਚ ਅੱਜ ਕੱਲ੍ਹ ਕੀ ਸਮੱਸਿਆ ਮੈਂ ਦੇਖਿਆ ਡੌਗਸ ਬਿਮਾਰ ਬਹੁਤ ਹੋ ਰਹੇ ਨੇ। ਇੱਕ ਕੋਈ ਬਿਮਾਰੀ ਦਾ ਸ਼ਾਇਦ ਮੈਨੂੰ ਨਾਮ ਯਾਦ ਨਹੀਂ ਹੈਗਾ, ਤਾਂ ਉਸ ਬਿਮਾਰੀ ਦੇ ਕਰਕੇ ਬਹੁਤ ਕਮਜ਼ੋਰ ਹੁੰਦਾ ਜਾਂਦਾ, ਫਿਰ ਕੁਝ ਦਿਨ ਬਾਅਦ ਉਹਦੀ ਡੈਥ ਹੋ ਜਾਂਦੀ ਹੈ। ਇਹ ਵੀ ਇੱਕ ਕਾਮਨ ਬਿਮਾਰੀ ਜਿਹੜੀ ਹੈ ਉਹ ਡੌਗਸ ਦੇ ਵਿੱਚ ਚੱਲ ਰਹੀ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਸਕਦੇ? ਦੇਖੋ, ਡੌਗਸ ਦੇ ਵਿੱਚ ਵੀ ਜਿਵੇਂ ਤੁਸੀਂ ਲਾਰਜ ਐਨੀਮਲਸ ਦੀ ਟੇਕ ਕੇਅਰ ਕਰਦੇ ਹੋ, ਡੌਗਸ ਚਲੋ ਘਰ ਦੇ ਅੰਦਰ ਰਹਿੰਦੇ ਹੋ, ਉਹਨਾਂ ਦੀ ਜ਼ਿਆਦਾ ਵਧੀਆ ਟੇਕ ਕੇਅਰ ਹੁੰਦੀ ਜਾਂਦੀ ਕਿਉਂਕਿ ਹਮੇਸ਼ਾ ਨਜ਼ਰ ਦੇ ਸਾਹਮਣੇ ਰਹਿੰਦੇ ਆ। ਡੌਗਸ ਦੀ ਡੀਵਰਮਿੰਗ ਕਰਾਉਣੀ, ਉਹਨਾਂ ਦੀ ਵੈਕਸੀਨੇਸ਼ਨ ਕਰਾਉਣੀ। ਡੌਗਸ ਦੇ ਵਿੱਚ ਮੇਨਲੀ ਰੇਬੀਜ਼ ਦੀ ਵੈਕਸੀਨੇਸ਼ਨ ਅਸੀਂ ਰਿਕਮੈਂਡ ਕਰਦੇ ਹਾਂ ਹਰ ਸਾਲ, ਅਤੇ ਇੱਕ DHPPIL, ਉਹਦੇ ਵਿੱਚ ਡਿਪਥੀਰੀਆ, ਹੈਪੇਟਾਈਟਸ, ਪਾਰਵੋ, ਪੈਰਾ ਇਨਫਲੂਐਂਜ਼ਾ ਅਤੇ ਲਿਪਟੋਸਪਾਇਰਾ, ਇਹ ਜਿਹੜੇ ਬਿਮਾਰੀਆਂ ਇਹਨਾਂ ਦੇ ਅਗੇਂਸਟ ਵੈਕਸੀਨ ਹੁੰਦੀ ਹੈ। ਅਤੇ ਮੋਸਟਲੀ ਜਿਹੜੇ ਅੱਜ ਕੱਲ੍ਹ ਸਾਡੇ ਕੋਲ ਕੇਸਿਸ ਆ ਰਹੇ ਉਹ ਕੈਨਾਈਨ ਪਾਰਵੋ ਵਾਇਰਸ ਡਿਜ਼ੀਜ਼ ਦੇ ਆ ਰਹੇ ਆ। ਹਾਂਜੀ, ਉਹਦੇ ਵਿੱਚ ਕੀ ਹੁੰਦਾ ਹੈ ਕਿ 1.5 ਮੰਥਸ 'ਤੇ ਜਦੋਂ 1.5 ਮਹੀਨੇ ਦਾ ਹੁੰਦਾ ਡੌਗ ਤਾਂ ਉਹ ਵੈਕਸੀਨ ਲਗਵਾਉਣੀ ਜ਼ਰੂਰੀ ਹੈ। ਉਸ ਤੋਂ ਬਾਅਦ ਉਹਦਾ ਬੂਸਟਰ, ਅਤੇ ਉਸ ਤੋਂ ਬਾਅਦ ਹਰ ਸਾਲ, ਕਿਉਂਕਿ ਜਿਹੜੀ ਡਿਜ਼ੀਜ਼ ਹੈਗੀ ਆ ਉਹ ਥਰੂ ਏਅਰੋਸੋਲ ਰੂਟ ਹਵਾ ਦੇ ਰਾਹੀਂ ਫੈਲਦੀ ਹੈ, ਅਤੇ ਇਸ ਲਈ ਉਹ ਕਿਸੇ ਐਨੀਮਲ ਨੂੰ ਹੈ ਤਾਂ ਦੂਜੇ ਐਨੀਮਲ ਉਹਨੂੰ ਕੈਚ ਕਰ ਲੈਂਦਾ। ਸੋ ਇਹਦੇ ਲਈ ਇਹਦਾ ਇੱਕੋ ਹੀ ਬਚਾਅ ਹੈ ਕਿ ਇਹਦੀ ਵੈਕਸੀਨੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਜੇ ਪਹਿਲੇ ਇਨੀਸ਼ੀਅਲੀ ਤੁਸੀਂ ਉਹਦਾ ਟਰੀਟਮੈਂਟ ਨਹੀਂ ਕਰਾਉਂਦੇ ਤਾਂ ਉਹ ਐਨੀਮਲ ਦੇ ਮਰਨ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ, ਐਨੀਮਲ ਫਿਰ ਬਚਦਾ ਨਹੀਂ ਹੈਗਾ। ਤੁਹਾਡੀ ਜ਼ਿੰਦਗੀ 'ਤੇ ਦੁਬਾਰਾ ਆਉਂਦੇ ਆ, ਇੱਕ ਪੜ੍ਹੀ ਲਿਖੀ ਕੁੜੀ ਜਿਹੜੀ ਅਮਰੀਕਾ ਦੇ ਵਿੱਚ ਜਿਹਨੂੰ ਸਕਾਲਰਸ਼ਿਪ ਤੱਕ ਦੀ ਮਿਲੀ, ਉੱਥੇ ਐਡਮਿਸ਼ਨ ਮਿਲ ਗਿਆ, ਪਿੰਡਾਂ ਦੇ ਵਿੱਚ ਆ ਕੇ ਪਸ਼ੂਆਂ ਦੇ ਨਾਲ ਜਿਹੜੀ ਹੈ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਗਈ ਹੈ, ਤਾਂ ਜਦੋਂ ਤੁਸੀਂ ਪਸ਼ੂਆਂ ਦਾ ਇਲਾਜ ਕਰਦੇ ਹੋ ਤਾਂ ਉਦੋਂ ਮਾਈਂਡ ਦੇ ਵਿੱਚ ਕੀ ਚੱਲਦਾ ਹੁੰਦਾ? ਕਿਉਂਕਿ ਇਹਨਾਂ ਦੇ ਨਾਲ ਤਾਂ ਗੋਹੇ ਦੇ ਨਾਲ ਗੋਹਾ ਵੀ ਲੱਗਦਾ ਹੋਊਗਾ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ, ਤਾਂ ਜਿਸ ਤਰੀਕੇ ਦੇ ਨਾਲ ਪਸ਼ੂ ਰਹਿੰਦੇ ਨੇ ਤਾਂ ਉਹ ਕਿੰਨਾ ਕੁ ਚੈਲੰਜਿੰਗ ਆ ਉਹ ਚੀਜ਼ ਤੁਹਾਡੇ ਲਈ? ਦੇਖੋ, ਹੁਣ ਮੈਂ ਸਿੰਸ 2006 ਜੌਬ ਕਰ ਰਹੀ ਹਾਂ ਅਤੇ 14 ਸਾਲ ਤਾਂ ਹੋ ਹੀ ਗਏ, 15ਵਾਂ ਸਾਲ ਚੱਲ ਰਿਹਾ। ਸੋ ਮੈਨੂੰ ਇਹ ਚੀਜ਼ ਹੁਣ ਇੰਨੀ ਚੈਲੰਜਿੰਗ ਨਹੀਂ ਲੱਗਦੀ। ਇਟ ਇਜ਼ ਪਾਰਟ ਆਫ ਮਾਈ ਲਾਈਫ। ਸੋ ਬੀਇੰਗ ਅ ਵੈਟਰਨੇਰੀਅਨ ਇਹ ਮੇਰੀ ਸ਼ਖਸੀਅਤ ਦਾ ਇੱਕ ਹਿੱਸਾ ਹੈ। ਇਟ ਇਜ਼ ਪਾਰਟ ਆਫ ਮੀ। ਸੋ ਹਾਂ, ਇਨੀਸ਼ੀਅਲੀ ਜਦੋਂ ਸੀਗਾ ਤਾਂ ਮੈਨੂੰ ਤਾਂ ਬਿਕੋਜ਼ ਅਸੀਂ ਡਿਗਰੀ ਦੇ ਟਾਈਮ ਵੀ ਸਾਨੂੰ ਪਤਾ ਹੈ ਕਿ ਜਦੋਂ ਤੁਸੀਂ ਐਨੀਮਲ ਨੂੰ ਸੁਆਉਣਾ ਵੀ ਹੈ ਜਾਂ ਐਨੀਮਲ ਨੂੰ ਐਗਜ਼ਾਮਿਨ ਕਰਨਾ ਤਾਂ ਗੋਹਾ ਤਾਂ ਤੁਹਾਡੇ ਹੱਥਾਂ ਬਾਹਾਂ ਨੂੰ ਲੱਗ ਜਾਂਦਾ, ਕੱਪੜਿਆਂ ਨੂੰ ਵੀ ਲੱਗ ਜਾਂਦਾ। ਤਾਂ ਕਈ ਵਾਰ ਪ੍ਰੈਕਟੀਕਲ ਤੋਂ ਬਾਅਦ ਕਲਾਸ ਹੁੰਦੀ ਸੀ ਤਾਂ ਉਹੀ ਕੱਪੜੇ ਪਾ ਕੇ ਤੁਸੀਂ ਕੋਈ ਨਾ ਮਾਈਂਡ ਨਹੀਂ ਕਰਦੇ। ਪਰ ਹਾਂ, ਕੁਛ ਇੱਦਾਂ ਦੇ ਇੰਸੀਡੈਂਟਸ ਹੋਏ ਕਿ ਜਦੋਂ ਜੌਬ ਤੋਂ ਬਾਅਦ ਮੈਂ ਦੇਖਿਆ ਕਿ ਲੋਕਾਂ ਨੂੰ ਥੋੜ੍ਹੀ ਇਹ ਚੀਜ਼ ਅਜੀਬ ਲੱਗਦੀ ਹੈ ਕਿ ਹਾਂ ਕਿ ਨਹੀਂ, ਇਹ ਕਿੱਦਾਂ ਤੁਸੀਂ ਐਨੀਮਲਸ ਨੂੰ ਐਗਜ਼ਾਮਿਨ ਕਰਦੇ ਹੋ ਨਾ, ਉਹਨਾਂ ਨੂੰ ਲੱਗਦਾ ਕਿ ਥੋੜ੍ਹਾ ਅਜੀਬ ਹੈ। ਬਟ ਬੀਇੰਗ ਅ ਵੈਟਨਰੀ ਡਾਕਟਰ ਮੈਨੂੰ ਕਦੇ ਫੀਲ ਨਹੀਂ ਹੁੰਦਾ। ਮੈਨੂੰ ਤਾਂ ਸਗੋਂ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ ਵੈਟਨਰੀ ਡਾਕਟਰ, ਮੈਂ ਇੰਨੇ ਸਾਰੇ ਸਪੀਸੀਜ਼ ਦਾ, ਇੰਨੇ ਸਾਰੇ ਐਨੀਮਲਸ ਦਾ ਡਿਫਰੈਂਟ ਐਨੀਮਲਸ ਦਾ ਟਰੀਟਮੈਂਟ ਕਰ ਸਕਦੀ ਹਾਂ। ਸੋ ਮੈਨੂੰ ਤਾਂ ਇਹ ਚੀਜ਼ ਬਹੁਤ ਹੀ ਮਾਣ ਵਾਲੀ ਲੱਗਦੀ ਹੈ। ਬੁੱਕਸ ਵੀ ਬਹੁਤ ਸਾਰੀਆਂ ਤੁਸੀਂ ਇਸੇ ਚੀਜ਼ ਦੇ ਨਾਲ ਲਿਖੀਆਂ, ਉਹ ਕਿਹੜੀ ਕਿਤਾਬ ਹੈ, ਕਦੋਂ ਲਿਖੀਆਂ, ਔਰ ਰਿਸਪੌਂਸ ਕਿੱਦਾਂ ਦੇ ਰਿਹਾ ਲੋਕਾਂ ਦਾ? ਮੈਂ ਰਾਈਟਿੰਗ ਸ਼ੁਰੂ ਕੀਤੀ 2017 ਨਾ। ਬੇਸਿਕਲੀ ਮੈਂ ਮਿਡਲਸ ਜਿਹੜੇ ਸ਼ਾਰਟ ਆਰਟੀਕਲਸ ਹੁੰਦੇ ਓਪੀਨੀਅਨ ਪੇਜ 'ਤੇ, ਮੇਰੇ ਟ੍ਰਿਬਿਊਨ ਦੇ ਵਿੱਚ ਪਹਿਲਾ ਮਿਡਲ 2017 ਦੇ ਵਿੱਚ ਛਪਿਆ। ਫਿਰ ਮੈਂ ਹਿੰਦੁਸਤਾਨ ਟਾਈਮਸ, ਦੀ ਹਿੰਦੂ, ਦ ਨਿਊ ਇੰਡੀਅਨ ਐਕਸਪ੍ਰੈਸ, ਡੈਕਨ ਹੈਰਲਡ, ਆਲਮੋਸਟ ਮੈਂ ਇੰਡੀਆ ਦੇ ਹਰ ਅਖਬਾਰ 'ਚ ਜਿਹੜਾ ਫ੍ਰੀਲਾਂਸਰ ਕੰਟਰੀਬਿਊਟਰ ਨੂੰ ਐਕਸੈਪਟ ਕਰਦਾ ਸੀ ਉਹ 'ਚ ਆਰਟੀਕਲਸ ਭੇਜੇ ਅਤੇ ਮੇਰੇ ਛਪੇ ਆ। ਅਤੇ ਉਸ ਤੋਂ ਇਲਾਵਾ ਮੈਗਜ਼ੀਨਸ
ਦੇ ਵਿੱਚ ਵੀ ਓਕੇ ਬੁੱਕਸ ਮਿਡਲਸ ਲਿਖਦੇ ਮੈਂ ਨੋਵਲਸ ਲਿਖੇ। ਮੇਰਾ ਫਰਸਟ ਨੋਵਲ ਜਿਹੜਾ ਛਪਿਆ ਦੋਜ਼ ਕਾਲਜ ਈਅਰਸ, ਉਹ ਕਾਈਂਡ ਆਫ ਸੈਮੀ ਆਟੋਬਾਇਓਗ੍ਰਾਫਿਕਲ ਹੈ, ਕਿਉਂਕਿ ਉਹ ਮੇਰੀ ਹੀ ਆਪਣੀ ਕਾਲਜ ਦੇ ਦਿਨਾਂ ਦੀ ਕਹਾਣੀ ਹੈ ਅਤੇ ਉਹਦੇ ਬਾਰੇ ਮੈਂ ਲਿਖਿਆ। ਫਿਰ ਜਿਹੜੇ ਮੇਰੇ ਮਿਡਲ ਸੀ ਉਹਨਾਂ ਨੂੰ ਮੈਂ ਕੰਪਾਈਲ ਕੀਤਾ ਇਨ ਦਾ ਫਾਰਮ ਆਫ ਅ ਬੁੱਕ, ਕਿਉਂਕਿ ਅਰਾਊਂਡ 200 ਮਿਡਲਸ ਆਰਟੀਕਲਸ ਹਾਲੇ ਤੱਕ ਛਪ ਚੁੱਕੇ ਨੇ। ਸੋ ਉਸ ਬੁੱਕ ਦਾ ਨਾਮ ਹੈ ਫਾਈਂਡਿੰਗ ਜੂਲੀਆ। ਤੀਸਰੀ ਜਿਹੜੀ ਮੇਰੀ ਕਿਤਾਬ ਹੈ ਉਹ ਜਿਹੜੀ ਦੋਜ਼ ਕਾਲਜ ਈਅਰਸ 'ਚ ਮੇਰੀ ਪ੍ਰੋਟੈਗਨਿਸਟ ਹੈ, ਜਿਹੜੀ ਕੁੜੀ ਅਰੀਆ ਜਸਵਾਲ, ਉਹਦੀ ਹੀ ਸਟੋਰੀ ਅੱਗੇ ਕੰਟੀਨਿਊ ਹੁੰਦੀ ਹੈ। ਅਤੇ ਮੇਰੀ ਚੌਥੀ ਕਿਤਾਬ ਇਨ ਜੁਲਾਈ ਉਹ ਪਬਲਿਸ਼ ਹੋਣ ਜਾ ਰਹੀ ਹੈ। ਉਹ ਵੀ ਇੱਕ ਨਾਵਲ ਹੈ, ਇਟਸ ਫਿਕਸ਼ਨ। ਤਾਂ ਇਹ ਕਿਤਾਬਾਂ ਵੀ ਤੁਸੀਂ ਨਾਲ ਦੀ ਨਾਲ ਉੱਧਰ ਵੀ ਰੁਝਾਨ ਤੁਹਾਡਾ ਲਿਖਣ ਦੇ ਵੱਲ ਵੀ ਹੈਗਾ। ਅੱਛਾ ਮੈਮ, ਵਾਪਸ ਪਕਸ਼ੀਆਂ 'ਤੇ ਫਿਰ ਆਉਂਦੇ ਹਾਂ। ਤੁਹਾਡੀ ਫੀਲਡ ਦੇ ਨਾਲ ਗੱਲ ਕਰਨੀ ਵੀ ਜ਼ਰੂਰੀ ਹੈ, ਕਿਉਂਕਿ ਲੋਕਾਂ ਨੂੰ ਮੈਂ ਚਾਹੁੰਦਾ ਵੀ ਅੱਜ ਵੱਧ ਤੋਂ ਵੱਧ ਉਹ ਚੀਜ਼ਾਂ ਸੁਣਨ ਨੂੰ ਮਿਲਣ ਜਿਹੜੀਆਂ ਚੀਜ਼ਾਂ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਕੰਮ ਆ ਸਕਣ, ਪਸ਼ੂ ਪਕਸ਼ੀਆਂ ਦੇ ਕੰਮ ਆ ਸਕਣ। ਅੱਜ ਕੱਲ੍ਹ ਪਕਸ਼ੀ ਰੱਖਣ ਦਾ ਬਹੁਤ ਟਰੈਂਡ ਹੈ ਲੋਕਾਂ ਦੇ ਵਿੱਚ। ਆਪਾਂ ਮੈਨੂੰ ਲੱਗਦਾ ਵੀ ਹਰ 10 ਘਰ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਪਕਸ਼ੀ, ਉਹ ਚਿੜੀਆਂ ਜਿਹੜੀਆਂ ਕਹਿੰਦੇ ਵਿਦੇਸ਼ੀ ਚਿੜੀਆਂ ਨੇ, ਉਹ ਰੱਖੀਆਂ ਨੇ। ਉਹਨਾਂ ਦੇ ਬਾਰੇ ਦੱਸ ਸਕਦੇ ਹੋ ਜੋ ਪਕਸ਼ੀ ਅੱਜ ਕੱਲ੍ਹ ਰੁਝਾਨ ਜਿਵੇਂ ਵੱਧ ਰਿਹਾ, ਤਾਂ ਉਹ ਰੱਖਣੀਆਂ ਚਾਹੀਦੀਆਂ ਜਾਂ ਨਹੀਂ ਰੱਖਣੀਆਂ ਚਾਹੀਦੀਆਂ, ਜਾਂ ਕਿਸ ਤਰੀਕੇ ਨਾਲ ਸਾਂਭ ਸੰਭਾਲ ਉਹਨਾਂ ਦੀ ਕੀਤੀ ਜਾ ਸਕਦੀ ਹੈ? ਦੇਖੋ, ਮੈਂ ਤਾਂ ਨਹੀਂ ਇਸ ਹੱਕ 'ਚ ਕਿ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਕੋਈ ਵੀ ਬਰਡ ਕੇਜ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦਾ, ਖੁੱਲ੍ਹੇ ਇਨਵਾਇਰਮੈਂਟ 'ਚ ਰਹਿਣਾ ਪਸੰਦ ਕਰਦਾ ਹੈਗਾ। ਸੋ ਜੇ ਤੁਸੀਂ ਰੱਖਦੇ ਹੋ ਇੱਦਾਂ ਦੇ ਬਰਡਸ, ਤਾਂ ਉਹਨਾਂ ਦੀ ਟੇਕ ਕੇਅਰ, ਕੇਜ ਦੀ ਸਾਂਭ ਸੰਭਾਲ, ਉਹਦੀ ਸਫਾਈ ਦਾ ਧਿਆਨ, ਉਹਨਾਂ ਦੀ ਡਾਇਟ, ਉਹਨਾਂ ਦੇ ਬਾਰੇ ਪ੍ਰੋਪਰ ਡਾਕਟਰ ਤੋਂ ਗਾਈਡੈਂਸ ਲੈ ਕੇ ਹੀ ਰੱਖਣੀਆਂ ਚਾਹੀਦੀਆਂ ਨੇ। ਅਤੇ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਤੁਹਾਨੂੰ ਵੈਟਨੇਰੀਅਨ ਨੂੰ ਕੰਸਲਟ ਕਰਨਾ ਚਾਹੀਦਾ। ਬੇਸਿਕਲੀ ਉਹਦੇ ਕੇਸ 'ਚ ਕਿ ਸਾਫ਼ ਸਫਾਈ ਅਤੇ ਇਨਵਾਇਰਮੈਂਟ ਜਿਹੜਾ ਉਹਨਾਂ ਨੂੰ ਪ੍ਰੋਪਰ ਦੇਣਾ ਚਾਹੀਦਾ। ਇੱਦਾਂ ਦੇ ਕੇਸ ਮੈਂ ਦੇਖੇ ਨੇ, ਆਪਾਂ YouTube ਦੇ ਉੱਤੇ ਵੀ ਕਈ ਵਾਰ ਸਰਚ ਕਰਦਾ ਹੁੰਦਾ, ਤਾਂ ਉਹਦੇ ਵਿੱਚ ਐਗਸ ਤਾਂ ਉਹ ਦਿੰਦਿਆਂ ਨੇ, ਉਸ ਤੋਂ ਬਾਅਦ ਜਿਹੜੇ ਬੱਚੇ ਆ ਉਹ ਕਈ ਵਾਰ ਜਾਂ ਤਾਂ ਮਰ ਜਾਂਦੇ ਨੇ, ਅਤੇ ਜਾਂ ਫਿਰ ਉਹ ਐਗਸ ਖਰਾਬ ਹੋ ਜਾਂਦੇ ਨੇ। ਉਹਦੇ ਬਾਰੇ ਕੋਈ ਟਿਪਸ ਦੇਣਾ ਚਾਹੁੰਦੇ ਹੋ ਵੀ ਕਿਵੇਂ ਉਹਨਾਂ ਨੂੰ ਆਪਾਂ ਬਰੀਡਿੰਗ ਜਿਹੜੀ ਉਹਨਾਂ ਦੀ ਅੱਗੇ ਲੈ ਸਕਦੇ ਹਾਂ ਸਹੀ ਤਰੀਕੇ ਨਾਲ? ਆਈ ਥਿੰਕ ਇਹਦੇ ਕਿਸ ਕੇਸ 'ਚ ਕੋਈ ਨਾ ਕੋਈ ਡੈਫੀਸ਼ੀਐਂਸੀ ਹੁੰਦੀ ਹੈ। ਸੋ ਉਹ ਡੈਫੀਸ਼ੀਐਂਸੀ ਨੂੰ ਆਪਾਂ ਮਲਟੀ ਵਿਟਾਮਿਨਸ, ਮਲਟੀ ਮਿਨਰਲਸ ਦੇ ਕੇ ਠੀਕ ਕਰ ਸਕਦੇ ਹਾਂ। ਤਾਂ ਮਤਲਬ ਇਹ ਚੀਜ਼ ਵੀ ਹੋ ਸਕਦੀ ਹੈ। ਅੱਛਾ, ਇੱਕ ਮੈਮ ਪਿੱਛੇ ਜੀ ਗੱਲ ਇਹ ਬੜੀ ਪ੍ਰਚਲਿਤ ਹੋਈ ਸੀਗੀ ਵੀ ਜਿਹੜੇ ਆਹ ਟਾਵਰਸ, ਮੋਬਾਈਲ ਟਾਵਰਸ ਇੰਨੇ ਲੱਗ ਗਏ ਨੇ, ਇੰਨੇ ਜਿਹੜੀਆਂ ਸਾਡੇ ਇੱਕ ਆਮ ਚਿੜੀ ਤੇ ਆਪਾਂ ਦੇਖਦੇ ਸੀਗੇ, ਉਹ ਥੋੜੀ ਬਰਾਊਨ ਜੇ ਕਲਰ ਦੀ ਹੈ ਨਾ, ਉਹ ਪ੍ਰਜਾਤੀ ਇੱਥੋਂ ਮੈਨੂੰ ਲੱਗਦਾ ਲਗਭਗ ਖਤਮ ਹੋ ਗਈ ਹੈ। ਕੁਝ ਦੱਸ ਸਕਦੇ ਹੋ ਕਿ ਉਹਨਾਂ ਦਾ ਵਾਕਿਆ ਅਸਰ ਹੋਇਆ, ਜਾਂ ਕਿਉਂ ਇੱਥੋਂ ਚਲੇ ਗਈਆਂ, ਜਾਂ ਕਿੱਦਾਂ ਇਨਵਾਇਰਮੈਂਟ ਦੇ ਵਿੱਚ ਕੋਈ ਇੱਦਾਂ ਦੀ ਆ ਗਈ ਪ੍ਰੋਬਲਮ? ਚਲੋ, ਉਹ ਵੀ ਇੱਕ ਰੀਜ਼ਨ ਹੈ, ਰੇਡੀਏਸ਼ਨਸ ਦਾ ਵੀ ਇੱਕ ਰੀਜ਼ਨ ਹੈ। ਦੂਸਰਾ ਹੈ ਕਿ ਜਿਹੜੇ ਆਪਾਂ ਗੱਲ ਕੀਤੀ ਹੁਣੇ ਫਰਟੀਲਾਈਜ਼ਰਸ ਪੈਂਦੇ ਆ, ਪੈਸਟੀਸਾਈਡਸ ਪੈਂਦੇ ਆ, ਤਾਂ ਉਹ ਬਰਡਸ ਜਿਹੜੇ ਆ ਉਹਦੇ ਕਰਕੇ ਵੀ ਇਹ ਲੁਪਤ ਹੋ ਰਹੇ ਨੇ। ਪਰ ਸਾਡੇ ਘਰ ਤੁਸੀਂ ਆ ਕੇ ਦੇਖੋ, ਸਾਡੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਅਸੀਂ ਗਾਰਡਨ ਬਣਾਇਆ, ਤਾਂ ਉੱਥੇ ਇਹ ਚਿੜੀਆਂ ਹੈਗੀਆਂ ਨੇ, ਤਾਂ ਉੱਥੇ ਹੋਰ ਵੀ ਬੜੇ ਡਿਫਰੈਂਟ ਤਰ੍ਹਾਂ ਦੇ ਬਰਡਸ ਹੈਗੇ ਆ। ਸੋ ਗ੍ਰੀਨਰੀ, ਆਈ ਥਿੰਕ ਹੁਸ਼ਿਆਰਪੁਰ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈ ਐਜ਼ ਕੰਪੇਅਰ ਟੂ ਬਾਕੀ ਪੰਜਾਬ, ਕਿਉਂਕਿ ਹੁਸ਼ਿਆਰਪੁਰ ਇਜ਼ ਅ ਗ੍ਰੀਨ ਡਿਸਟ੍ਰਿਕਟ। ਸੋ ਜ਼ਿਆਦਾ ਤੋਂ ਜ਼ਿਆਦਾ ਆਪਾਂ ਪਲਾਂਟਸ ਲਗਾਈਏ, ਘੱਟ ਫਰਟੀਲਾਈਜ਼ਰਸ ਵਰਤੀਏ, ਕਿਉਂਕਿ ਮੋਬਾਈਲ ਟਾਵਰਸ ਨੂੰ ਤਾਂ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ, ਟੈਕਨੋਲੋਜੀ ਨੇ ਤਾਂ ਐਡਵਾਂਸਮੈਂਟ ਤਾਂ ਹੋਣੀ ਹੈ, ਉਸ ਚੀਜ਼ ਨੂੰ ਤਾਂ ਆਪਾਂ ਰੋਕ ਨਹੀਂ ਸਕਦੇ। ਪਰ ਜਿਹੜੀ ਚੀਜ਼ ਆਪਣੇ ਹੱਥ ਦੇ ਵਿੱਚ ਵੀ ਆ, ਆਪਾਂ ਪਲਾਂਟਸ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਈਏ, ਅਤੇ ਫਰਟੀਲਾਈਜ਼ਰ ਅਤੇ ਪੈਸਟੀਸਾਈਡਸ ਦਾ ਘੱਟ ਇਸਤੇਮਾਲ ਕੀਤਾ ਜਾਵੇ। ਕਾਫੀ ਸਾਰੇ ਲੋਕ ਛੋਟੇ ਛੋਟੇ ਬਾਊਲਸ ਰੱਖਦੇ ਆ ਪਾਣੀ ਦੇ ਭਰ ਕੇ ਬਰਡਸ ਲਈ ਗਰਮੀਆਂ ਦੇ ਵਿੱਚ। ਸੋ ਇੱਦਾਂ ਦੀਆਂ ਛੋਟੀ ਛੋਟੀਆਂ ਗੱਲਾਂ ਨਾਲ ਆਪਾਂ ਮਤਲਬ ਜਿਹੜੇ ਬਾਕੀ ਜਿੰਨੀਆਂ ਸਪੀਸੀਜ਼ ਬਚ ਗਈਆਂ ਉਹਨਾਂ ਨੂੰ ਤਾਂ ਬਚਾ ਸਕਦੇ ਹਾਂ। ਜ਼ਿੰਦਗੀ ਤੋਂ ਸੈਟਿਸਫਾਈ ਹੋ? ਕਿਉਂਕਿ ਅੱਜ ਕੱਲ੍ਹ ਹਰ ਬੰਦਾ ਇਹੀ ਸੁਪਨਾ ਦੇਖਦਾ ਵੀ ਜਹਾਜ਼ ਦਾ ਝੂਟਾ ਲਵਾਂ, ਭਾਵੇਂ ਮੁੰਡਾ ਕੁੜੀ ਹੈ, ਭਾਵੇਂ ਕੋਈ ਵੀ ਆ, ਉਹ ਜਹਾਜ਼ ਦਾ ਝੂਟਾ ਲੈਣਾ ਪਸੰਦ ਕਰਦਾ ਵੀ ਮੈਂ ਇੱਥੇ ਇੰਡੀਆ 'ਚ ਕੁਝ ਨਹੀਂ ਰੱਖਿਆ, ਆਪਾਂ ਅਮਰੀਕਾ ਕੈਨੇਡਾ ਜਾ ਕੇ ਸੈੱਟ ਹੋ ਜਾਂਦੇ ਹਾਂ। ਸੈਟਿਸਫਾਈ ਹੋ ਜ਼ਿੰਦਗੀ? ਹਾਂਜੀ, ਮੈਂ ਤਾਂ ਬਹੁਤ ਸੈਟਿਸਫਾਈਡ ਹਾਂ। ਇਨਫੈਕਟ ਆਮ ਸੋ ਬਿਜ਼ੀ, ਮੇਰਾ ਪੂਰਾ ਇੱਕ ਸੈੱਟ ਸਕੈਜੂਅਲ ਹੈ। ਮਤਲਬ ਜੋਬ ਤਾਂ ਹੈ ਹੀ ਹੈ, ਜੋਬ ਨੂੰ ਤਾਂ ਦੇਖਣਾ ਹੀ ਹੈ। ਉਸ ਤੋਂ ਇਲਾਵਾ ਮੈਂ ਲਿਖਦੀ ਹਾਂ, ਮੈਂ 4th ਬੁੱਕ ਜਿਵੇਂ ਤੁਹਾਨੂੰ ਗੱਲ ਕੀਤੀ ਮੇਰੀ ਜੁਲਾਈ 'ਚ ਆ ਰਹੀ ਹੈ, 5th ਮੈਂ ਨੋਨ ਫਿਕਸ਼ਨ ਲਿਖ ਰਹੀ ਹਾਂ, ਤਾਂ ਉਹਦੇ ਲਈ ਮੈਨੂੰ ਪੜ੍ਹਨਾ ਬਹੁਤ ਪੈ ਰਿਹਾ। ਮੈਂ ਸਵੇਰੇ 3 ਵਜੇ ਉੱਠ ਕੇ ਜਸਟ ਲਾਈਕ ਯੂਨੀਵਰਸਿਟੀ ਡੇਜ਼ ਆਪਣਾ ਪੜ੍ਹਾਈ ਸ਼ੁਰੂ ਕਰ ਦਿੰਦੀ ਹਾਂ, ਪੜ੍ਹਾਈ ਲਿਖਾਈ। ਸੋ ਇੰਨਾ ਕੁਛ ਹੈ ਕਰਨ ਲਈ। ਮੇਰੀ ਬੇਟੀ ਹੈ, ਘਰ ਦਾ ਕੰਮ ਵੀ ਹੁੰਦਾ, ਸੋ ਇੰਨਾ ਕੁ ਕੁਛ 24 ਆਵਰਸ ਦੇ ਵਿੱਚ ਕਰਨ ਲਈ ਹੁੰਦਾ ਹੈ ਕਿ ਕਈ ਵਾਰ ਲੱਗਦਾ ਕਿ ਨਹੀਂ, ਟਾਈਮ ਘੱਟ ਹੈ। ਸੋ ਬਿਲਕੁਲ ਸੈਟਿਸਫਾਈਡ ਹੈ। ਜਦੋਂ ਤੁਸੀਂ ਬਿਜ਼ੀ ਹੋ ਤਾਂ ਯੂ ਆਰ ਹੈਪੀ। ਜੇ ਤੁਸੀਂ ਬਿਜ਼ੀ ਹੋ, ਤੁਹਾਡਾ ਕੁਛ ਕਰਨ ਲਈ ਹੈ, ਤੁਹਾਡੀ ਲਾਈਫ 'ਚ ਪੋਜ਼ੀਟਿਵਿਟੀ ਹੈ, ਫਿਰ ਤੁਸੀਂ ਜਿੱਥੇ ਵੀ ਹੋ, ਜਿਹੜੇ ਮਰਜ਼ੀ ਮੁਲਕ 'ਚੋਂ, ਇੰਡੀਆ 'ਚੋਂ, ਭਾਵੇਂ ਕੈਨੇਡਾ 'ਚੋਂ, ਭਾਵੇਂ ਅਮਰੀਕਾ 'ਚੋਂ, ਤੁਸੀਂ ਸੈਟਿਸਫਾਈਡ ਰਹੋਗੇ। ਪਰ ਜੇ ਤੁਸੀਂ, ਮੈਨੂੰ ਲੱਗਦਾ ਕਿ ਇੱਥੇ ਹੈਪੀ ਨਹੀਂ ਹੋ, ਤਾਂ ਇਹ ਕੋਈ ਜ਼ਰੂਰ ਗਰੰਟੀ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਕੋਈ ਖੁਸ਼ੀ ਮਿਲ ਜਾਣੀ ਹੈ। ਖੁਸ਼ੀ ਤਾਂ ਇਨਫੈਕਟ ਲੱਭਣੀ ਪੈਂਦੀ ਹੈ, ਖੁਸ਼ੀ ਦੀ ਇੱਕ ਥਾਂ ਬਣਾਉਣੀ ਪੈਂਦੀ ਹੈ, ਆਪਣੇ ਇਨਵਾਇਰਮੈਂਟ 'ਚ ਤੁਹਾਨੂੰ ਕ੍ਰੀਏਟ ਕਰਨੀ ਪੈਂਦੀ ਹੈ। ਸੋ ਜੇ ਤੁਸੀਂ ਇੱਥੇ ਹੈਪੀਨੈਸ ਕ੍ਰੀਏਟ ਨਹੀਂ ਕਰ ਸਕਦੇ, ਤਾਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਬਾਹਰਲੇ ਮੁਲਕ 'ਚ ਜਾ ਕੇ ਵੀ ਫਿਰ ਤੁਸੀਂ ਉੱਥੇ ਵੀ ਦੁਖੀ ਰਹੋਗੇ, ਕਿਉਂਕਿ ਉੱਥੇ ਡਿਫਰੈਂਟ ਕਿਸਮ ਦੀਆਂ ਪ੍ਰੋਬਲਮਸ ਨੇ। ਇੱਦਾਂ ਨਹੀਂ ਕਿ ਉੱਥੋਂ ਦੇ ਲੋਕ ਵੀ
ਬਹੁਤ ਖੁਸ਼ ਨੇ। ਉੱਥੇ ਵੀ ਡਿਪਰੈਸ਼ਨ ਦਾ ਰੇਟ ਲੋਕਾਂ ਦੇ ਵਿੱਚ ਮਤਲਬ ਮਾਨਸਿਕ ਤੌਰ 'ਤੇ ਲੋਕ ਦੁਖੀ ਨੇ ਕਾਫੀ ਸਾਰੀਆਂ ਗੱਲਾਂ ਨੂੰ ਲੈ ਕੇ ਫॉर ਵੇਰੀਅਸ ਰੀਜ਼ਨਸ। ਸੋ ਆਈ ਥਿੰਕ ਜਿੱਥੇ ਵੀ ਤੁਸੀਂ ਰਹੋ ਤੁਹਾਨੂੰ ਆਪਣੀ ਹੈਪੀਨੈਸ ਆਪੇ ਕ੍ਰੀਏਟ ਕਰਨੀ ਪੈਂਦੀ ਹੈ। ਵਹਿਮ ਬਹੁਤ ਹੈ ਅੱਜ ਵੀ ਲੋਕਾਂ ਨੂੰ, ਕਹਿੰਦੇ ਕੁੜੀਆਂ ਉਸ ਮੁਕਾਮ 'ਤੇ ਨਹੀਂ ਪਹੁੰਚ ਸਕਦੀਆਂ ਜਿੱਥੇ ਮੁੰਡੇ ਪਹੁੰਚ ਸਕਦੇ ਨੇ, ਪਰ ਤੁਹਾਡੇ ਵਰਗੀਆਂ ਸ਼ਖਸੀਅਤਾਂ, ਤੁਹਾਡੇ ਵਰਗੇ ਲੋਕਾਂ ਨੂੰ ਜਦੋਂ ਮਿਲਣ ਦਾ ਮੌਕਾ ਮਿਲਦਾ ਤਾਂ ਉਹ ਪੋਜ਼ਿਟਿਵਿਟੀ ਬਹੁਤ ਮਨ ਦੇ ਵਿੱਚ ਕ੍ਰੀਏਟ ਕਰ ਜਾਂਦੀਆਂ ਨੇ ਚੀਜ਼ਾਂ। ਇਸੇ ਕਰਕੇ ਸ਼ਾਇਦ ਤੁਹਾਡਾ ਅੱਜ ਇੰਟਰਵਿਊ ਵੀ ਕਰਨ ਦਾ ਸਬੱਬ ਵੀ ਤਾਂ ਹੀ ਬਣਿਆ। ਵਹਿਮ ਬਹੁਤ ਹੈ ਲੋਕਾਂ ਨੂੰ, ਕਹਿੰਦੇ ਕੁੜੀਆਂ ਪਿੱਛੇ ਨੇ ਮੁੰਡਿਆਂ ਨੂੰ। ਨਹੀਂ ਦੇਖੋ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਕੁੜੀਆਂ ਨੂੰ ਜੇ ਬਰਾਬਰ ਦੇ ਮੌਕੇ ਦਿੱਤੇ ਜਾਣ, ਬਿਕੋਜ਼ ਹੁਣ ਮੈਂ ਪਿੰਡਾਂ ਦੇ ਵਿੱਚ ਜੌਬ ਕਰਦੀ ਹਾਂ ਤਾਂ ਮੈਂ ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ ਤਾਂ ਡੈਫੀਨੇਟਲੀ ਜਿਹੜੇ ਪੇਰੈਂਟਸ ਨੇ ਉਹ ਕੋਈ ਫਰਕ ਨਹੀਂ ਕਰਦੇ ਮੁੰਡੇ ਕੁੜੀਆਂ ਦੇ ਵਿੱਚ, ਪਰ ਪਿੰਡਾਂ ਦੇ ਵਿੱਚ ਮੈਂ ਹਾਲੇ ਵੀ ਦੇਖਿਆ ਕਿ ਕਿਤੇ ਨਾ ਕਿਤੇ ਕੁੜੀਆਂ ਨੂੰ ਓਨੇ ਵਧਣ ਦੇ ਮੌਕੇ ਨਹੀਂ ਮਿਲਦੇ ਬਿਕੋਜ਼ ਕੁੜੀਆਂ ਭਾਵੇਂ ਇੰਟੈਲੀਜੈਂਟ ਵੀ ਹੋਣ, ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਜੇ 10ਵੀਂ ਤੱਕ ਸਕੂਲ ਹੈ ਪਿੰਡ ਦੇ ਵਿੱਚ ਤਾਂ ਉਹ 10ਵੀਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ। ਜੇ ਮੁੰਡਿਆਂ ਨੂੰ ਸ਼ਹਿਰਾਂ 'ਚ ਭੇਜ ਦਿੰਦੇ ਨੇ, ਪਿੰਡਾਂ 'ਚੋਂ ਬਹੁਤ ਘੱਟ ਪੇਰੈਂਟਸ ਨੇ ਜਿਹੜੀ ਆਪਣੀ ਕੁੜੀਆਂ ਨੂੰ ਬਾਹਰ ਨਿਕਲਣ ਦਿੰਦੇ ਆ। ਸੋ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਮੌਕੇ ਨਹੀਂ ਓਨੇ ਮਿਲਦੇ ਜਿੰਨੇ ਕੁ ਮੁੰਡਿਆਂ ਨੂੰ ਮਿਲਦੇ ਆ, ਸਪੈਸ਼ਲੀ ਪੇਂਡੂ ਖੇਤਰ ਦੇ ਵਿੱਚ। ਸ਼ਹਿਰਾਂ ਦੇ ਵਿੱਚ ਤਾਂ ਫਿਰ ਵੀ ਐਟ ਪਾਰ ਕੁੜੀਆਂ ਨੂੰ ਮਿਲਦਾ। ਸੋ ਜੇ ਕਿਤੇ ਪਿੰਡਾਂ ਦੇ ਵਿੱਚ ਵੀ ਕੁੜੀਆਂ ਨੂੰ ਓਨਾ ਕੁ ਉੱਪਰ ਚੱਕਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੁੜੀਆਂ ਕਿਸੇ ਮੁੰਡਿਆਂ ਦੇ ਨਾਲੋਂ ਘੱਟ ਹੈ, ਸਗੋਂ ਮੁੰਡਿਆਂ ਨਾਲੋਂ ਬੈਟਰ ਹੀ ਕਰਦੀਆਂ ਨੇ, ਮੁੰਡਿਆਂ ਨਾਲੋਂ ਜ਼ਿਆਦਾ ਹੀ ਹਾਰਡ ਵਰਕਿੰਗ ਨੇ ਅਤੇ ਸਿੰਸੀਅਰ ਨੇ। ਸੋ ਬਿਕੋਜ਼ ਮੇਰੀ ਬੇਟੀ ਹੈ, ਮੇਰੀ ਇੱਕੋ ਇੱਕ ਬੇਟੀ ਹੈ, ਤਾਂ ਮੈਂ ਉਹਨੂੰ ਪੂਰਾ ਮੌਕਾ ਦਿੰਦੀ ਹਾਂ। ਮਤਲਬ ਮੈਨੂੰ ਕਦੇ ਇਹ ਨਹੀਂ ਲੱਗਦਾ ਕਿ ਜੇ ਮੁੰਡਾ ਹੁੰਦਾ ਤਾਂ ਮੈਂ ਉਹਨੂੰ ਕੋਈ ਬੈਟਰ ਓਪਰਚੁਨਿਟੀਜ਼ ਦਿੰਦੀ। ਮਤਲਬ ਬੱਚਾ ਹੈ, ਤੁਸੀਂ ਉਹਨੂੰ ਇਕੁਅਲੀ ਟਰੀਟ ਕਰੋ ਜਿੰਨੀ ਕੁ, ਜੇ ਮੁੰਡਾ ਹੁੰਦਾ ਤਾਂ ਉਹ ਵੀ ਮੈਂ ਵੀ ਉਹਨੂੰ ਇੰਨੀਆਂ ਓਪਰਚੁਨਿਟੀਜ਼ ਦੇਣੀਆਂ ਜਿੰਨੀਆਂ ਮੈਂ ਆਪਣੀ ਬੇਟੀ ਨੂੰ ਦੇਣੀਆਂ। ਸੋ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਚੇਂਜ ਕਰਨ ਦੀ ਲੋੜ ਹੈ, ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਕੁੜੀਆਂ ਤੁਹਾਡੇ 'ਤੇ ਭਾਰ ਹੈ, ਉਹਨਾਂ ਦਾ ਵਿਆਹ ਹੋ ਜਾਣਾ ਹੈ, ਕਿ ਉਹ ਦੂਜੇ ਘਰ ਚਲੀਆਂ ਜਾਣਗੀਆਂ। ਬਿਕੋਜ਼ ਆਹ ਜਿਹੜੀ ਥਿੰਕਿੰਗ ਹੈ ਨਾ, ਇਹ ਬਹੁਤ ਵੱਡੀ ਰੁਕਾਵਟ ਪੈਦਾ ਕਰਦੀ ਕਿ ਸਾਡੇ ਕੋਲ ਤਾਂ ਰਹੇਗੀ ਨਹੀਂ ਤਾਂ ਦੂਜੇ ਘਰ ਚਲੀ ਜਾਏਗੀ। ਜਦੋਂ ਜੰਮਦੀਆਂ ਨੇ ਉਦੋਂ ਤੋਂ ਹੀ ਇਹ ਥਿੰਕਿੰਗ ਉਹਨਾਂ ਦੇ ਮਨ 'ਚ ਹੋ ਜਾਂਦੀ ਹੈ ਕਿ ਵਿਆਹ ਕਰਨਾ। ਸੋ ਕਿਤੇ ਨਾ ਕਿਤੇ ਕਹਿੰਦੇ ਕੱਪੜੇ ਵੀ ਆਪਾਂ ਉਹਨਾਂ ਨੂੰ ਲਿਜਾ ਕੇ ਉਹ ਕੁੜੀ ਵਾਲੇ ਹੀ ਦਿੰਦੇ ਆ, ਰੰਗ ਚੇਂਜ ਕਰ ਦਿੰਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਫਰਕ ਤਾਂ ਆਪਾਂ ਘਰੋਂ ਪਾਉਣਾ ਸ਼ੁਰੂ ਕਰ ਦਿੰਦੇ। ਸੋ ਇਹ ਮਾਨਸਿਕਤਾ ਇੰਨੀ ਜਲਦੀ ਨਹੀਂ ਨਾ ਚੇਂਜ ਹੋਏਗੀ, ਇਹ ਹੌਲੀ ਹੌਲੀ ਚੇਂਜ ਹੋਗੀ। ਹੁਣ ਜੇ ਮੇਰੀ ਇੰਟਰਵਿਊ ਸੁਣ ਕੇ ਕਿਸੇ ਇੱਕ ਪੇਰੈਂਟ ਦਾ ਜਾਂ ਕਿਸੇ ਇੱਕ ਬੰਦੇ ਦਾ ਮਾਈਂਡ ਚੇਂਜ ਹੁੰਦਾ ਤਾਂ ਆਈ ਥਿੰਕ ਦੈਟ ਇਜ਼ ਅ ਬਿਗ ਡੀਲ। ਸੋ ਇਹ ਬਿਕੋਜ਼ ਇਹ ਮਾਨਸਿਕਤਾ ਨੂੰ ਚੇਂਜ ਹੋਣ ਨੂੰ ਵੀ ਬੜਾ ਟਾਈਮ ਲੱਗੇਗਾ, ਹੌਲੀ ਹੌਲੀ ਓਵਰ ਦ ਈਅਰਸ। ਪਰ ਜੇ ਆਪਾਂ ਕੋਸ਼ਿਸ਼ ਕਰੀ ਜਾਈਏ, ਕੰਟੀਨਿਊਸਲੀ ਗੱਲਾਂ ਲੋਕਾਂ ਨੂੰ ਦੱਸੀ ਜਾਈਏ ਕਿ ਕੁੜੀਆਂ ਜ਼ਿਆਦਾ ਪਿਆਰ ਕਰਦੀਆਂ ਮੁੰਡਿਆਂ ਨਾਲੋਂ, ਤਾਂ ਆਈ ਥਿੰਕ ਹੌਲੀ ਹੌਲੀ ਇਹ ਚੇਂਜ ਹੋ ਜਾਏਗੀ ਅਤੇ ਉਨੇ ਇੱਕ ਮੌਕੇ ਕੁੜੀਆਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਗੱਲਬਾਤ ਕਰਨ ਲਈ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡੀ ਵਿਸ਼ੇਸ ਇਹੀ ਨੇ ਵੀ ਤੁਸੀਂ ਲਗਾਤਾਰ ਲਿਖਦੇ ਵੀ ਰਹੋ ਔਰ ਪਸ਼ੂ ਪਕਸ਼ੀਆਂ ਦੀ ਸੇਵਾ ਇਸੇ ਤਰੀਕੇ ਦੇ ਨਾਲ ਕਰਦੇ ਰਹੋ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਇਹ ਸਨ ਡਾਕਟਰ ਰਾਣਾ ਪ੍ਰੀਤ ਗਿੱਲ, ਰਾਈਟਰ ਵੀ ਨੇ, ਔਰ ਵੱਡੀ ਗੱਲ ਹੈ ਕਿ ਅੱਜ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਦੀ ਸੇਵਾ ਆਪਣੀ ਡਾਕਟਰੀ ਦੇ ਰਾਹੀਂ ਕਰ ਰਹੇ ਨੇ, ਔਰ ਬਹੁਤ ਸਾਰੀਆਂ ਗੱਲਾਂ ਕਿਸਾਨ ਭਰਾਵਾਂ ਦੇ ਲਈ ਜਾਂ ਉਹਨਾਂ ਲੋਕਾਂ ਦੇ ਲਈ ਵੀ ਕੀਮਤੀ ਗੱਲਾਂ ਦੱਸੀਆਂ ਨੇ ਜੋ ਘਰਾਂ ਦੇ ਵਿੱਚ ਪਾਲਤੂ ਡੌਗਸ ਰੱਖਣਾ ਪਸੰਦ ਕਰਦੇ ਨੇ, ਪੰਛੀ ਰੱਖਣਾ ਪਸੰਦ ਕਰਦੇ ਨੇ, ਜਾਂ ਪਸ਼ੂ ਰੱਖਦੇ ਨੇ, ਦੁੱਧ ਨੂੰ ਡੇਅਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਨੇ। ਤਾਂ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਉਹਨਾਂ ਦੇ ਲਈ ਵੀ ਦੱਸੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਉਹ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰ ਸਕਦੇ ਨੇ, ਪਾਲਤੂ ਜਾਨਵਰਾਂ ਦੀ ਸਾਂਭ ਸੰਭਾਲ ਕਰ ਸਕਦੇ ਨੇ, ਕਿਵੇਂ ਦੁੱਧ ਦੇ ਉੱਤੇ ਜ਼ਹਿਰੀਲੇ ਚਾਰੇ ਦਾ ਅਸਰ ਹੋ ਰਿਹਾ, ਕਿਵੇਂ ਅਸੀਂ ਉਸ ਚੀਜ਼ ਤੋਂ ਬਚ ਸਕਦੇ ਹਾਂ, ਕਿਹੜੀਆਂ ਬਿਮਾਰੀਆਂ ਅੱਜ ਤੁਹਾਡੇ ਜਿਹੜੇ ਪਸ਼ੂ ਨੇ ਪਾਲਤੂ ਉਹਨਾਂ ਨੂੰ ਲੱਗ ਰਹੀਆਂ ਨੇ, ਤਾਂ ਉਹਨਾਂ ਤੋਂ ਬਚਣ ਦੇ ਲਈ ਵੀ ਤੁਹਾਨੂੰ ਬਹੁਤ ਸਾਰੇ ਟਿਪਸ ਵੀ ਦਿੱਤੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇੰਟਰਵਿਊ ਪਸੰਦ ਆਇਆ ਹੋਵੇਗਾ। ਜੇਕਰ ਤੁਸੀਂ ਕੋਈ ਸੁਝਾਅ ਜਾਂ ਸਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਮੋਬਾਈਲ ਨੰਬਰ 9872 83334 ਦੇ ਉੱਤੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਸੁਝਾਅ ਸਾਡੇ ਕਮੈਂਟ ਬਾਕਸ ਦੇ ਵਿੱਚ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਬਜਵਾੜਾ, ਹੁਸ਼ਿਆਰਪੁਰ।